ਪੇਖੇ ਸਰਬ ਟਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨਾ ਡੁਲਈ, ਜਿਸ ਰਾਖੈ ਸਿਰਜਨਹਾਰ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਹਰ ਕੀ ਵਡਿਆਈ ਦੇਖੋ ਸੰਤ ਹੋ, ਹਰ ਨਿਮਾਣਿਆ ਮਾਣ ਦਿਵਾਏ। ਜਿਉ ਧਰਤੀ ਚਰਨ ਤਲੈ ਤੇ ਉਪਰ ਆਵਹਿ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਮੁਖ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਸੰਤ ਪ੍ਰਸਾਦ ਭਲੀ ਬਨੀ, ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ। ਸੋ ਭੇਟਿਆ ਨਿਰਭੈ ਧਨੀ, ਮਨ ਤ੍ਰਿਪਤਾਨੋ ਮਿਟੇ ਜੰਜਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬਨ ਵਾਚ ਕਲਯੁਗ ਕੀ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਪਾਵਨ ਸ਼ਬਦ ਦੇ ਵਿਚਾਰ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾਲਤਾ ਬਖਸ਼ਿਸ਼ ਕਥਨ ਕਰ ਰਹੇ ਹਨ। ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜੀਵ ਤੇ, ਜੀਵਨ ਅੰਦਰ ਭਲੇ ਪੁਰਸ਼ਾਂ ਦੀ ਸਤਿਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਜਿਸ ਕਰਕੇ ਮਨੁੱਖ ਦਾ ਸੰਸਾਰ ਦੇ ਅੰਦਰ ਪ੍ਰਵਿਰਤਿਤ ਹੋਇਆ ਮਨ, ਭਟਕਦਾ ਹੋਇਆ ਮਨ ਇਕਾਗਰ ਹੋ ਜਾਂਦਾ ਹੈ। ਜੋ ਮਨ ਹਰ ਸਮੇਂ ਆਲਸੀ ਹੋ ਕੇ ਰਹਿੰਦਾ ਪਰਮੇਸ਼ਰ ਦੇ ਨਾਮ ਜਪਣ ਤੋਂ, ਉਹ ਮਨ ਹਰ ਸਮੇਂ ਤਤਪਰ ਰਹਿੰਦਾ ਹੈ ਪ੍ਰਮਾਤਮਾ ਦੀ ਬੰਦਗੀ ਕਰਨ ਵੱਲ। ਜਿਹੜਾ ਮਨ ਹਰ ਸਮੇਂ ਵਿਸ਼ਿਆਂ ਦੀ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ, ਉਸ ਮਨ ਨੂੰ ਨਾਮ ਰੂਪੀ ਜਲ ਮਿਲਣੇ ਕਰਕੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਮਨ ਨੂੰ ਸੰਸਾਰ ਦਾ ਮਾਇਆ ਦਾ ਵਿਸ਼ਿਆਂ ਵਿਕਾਰਾਂ ਦਾ ਰੰਗ ਲੱਗਾ ਸੀ, ਵਾਹਿਗੁਰੂ ਦੀ ਕਿਰਪਾ ਹੋਣ ਨਾਲ ਸਤਿਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਣੇ ਕਰਕੇ ਕਸੁੰਬੇ ਦੇ ਰੰਗ ਦੀ ਤਰ੍ਹਾਂ ਸੰਸਾਰ ਦੇ ਮਾਇਆ ਦਾ ਭਾਂਤ ਤਰ੍ਹਾਂ ਦਾ ਵਿਸ਼ੇ ਸੁੱਖਾਂ ਦਾ ਰੰਗ ਲਹਿ ਗਿਆ। ਪਰਮਾਤਮਾ ਦਾ ਨਾਮ ਰੂਪੀ ਰੰਗ ਹਿਰਦੇ ਤੇ ਚੜ੍ਹ ਜਾਣਾ ਕੀਤਾ ਹੈ। ਇਹ ਸਾਰੀ ਵਡਿਆਈ ਮਹਾਰਾਜ ਕਹਿੰਦੇ ਹਨ ਕਿ ਸਤਿਪੁਰਸ਼ਾਂ ਦੀ ਸੰਗਤ ਦੀ ਹੈ। ਜੀਵਨ ਵਿੱਚ ਭਲੇ ਪੁਰਸ਼ਾਂ ਦੀ ਸੰਗਤ ਦੀ ਪ੍ਰਾਪਤੀ ਹੋ ਜਾਣੀ, ਪਰ ਇਹ ਪ੍ਰਾਪਤੀ ਤਾਂ ਹੁੰਦੀ ਹੈ ਜੇ ਪ੍ਰਮਾਤਮਾ ਕਿਰਪਾ ਕਰਦਾ ਹੈ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਹਨ ਗੁਰਬਾਣੀ ਅੰਦਰ। ਹਜ਼ੂਰ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ ਹੈ, ਕਬੀਰ ਸੰਤ ਕੀ ਕੈਦ ਨਾ ਛੋਡੀ ਹੈ, ਮਾਰਗ ਲਾਗਾ ਧਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਇਹ ਮਨੁੱਖ ਜੀਵਨ ਦੇ ਅੰਦਰ ਸਤਿਪੁਰਸ਼ਾਂ ਦੀ ਜਿਹੜੀ ਸੰਗਤ ਹੈ ਨਾ, ਉਹਨਾਂ ਦੇ ਪਾਏ ਹੋਏ ਪੂਰਨ ਹਨ, ਕਦੇ ਵੀ ਉਹ ਛੱਡਣਾ ਨਾ ਕਰ। ਕਿਉਂਕਿ ਜੀਵਨ ਦੇ ਅੰਦਰ ਜੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜਿਆ ਰਹਿੰਦਾ ਹੈ, ਇਹ ਸੁਭਾਵਿਕ ਹੈ ਪਰਮੇਸ਼ਰ ਦੇ ਨਾਮ ਦਾ ਰੰਗ ਹਿਰਦੇ ਤੇ ਚੜ੍ਹਿਆ ਰਹਿੰਦਾ ਹੈ। ਪਰਮਾਤਮਾ ਦੀ ਬੰਦਗੀ ਕਰਨ ਦੇ ਵੱਲ ਮਨ ਹਰ ਸਮੇਂ ਉਤਸ਼ਾਹਿਤ ਹੋ ਕੇ ਰਹਿੰਦਾ ਹੈ। ਮਨ ਨੂੰ ਪ੍ਰੇਰਣਾ ਮਿਲਦੀ ਰਹਿੰਦੀ ਹੈ ਕਿ ਕਿਸ ਢੰਗ ਦੇ ਨਾਲ ਜੀਵਨ ਨਿਰਵਾਹ ਕਰਨਾ, ਕਿਵੇਂ ਭਜਨ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਜੀਵਨ ਦੀ ਸਫਲਤਾ ਬਣਾਉਣੀ ਹੈ। ਕਿਉਂਕਿ ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ ਨਾ ਕਿ ਜਿਨ੍ਹਾਂ ਦੇ ਦੀਦਾਰ ਕਰਨੇ ਮਾਤਰ ਹੀ ਮਨ ਪਵਿੱਤਰ ਹੋ ਜਾਂਦਾ ਹੈ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਜਿਨ੍ਹਾਂ ਸਤਿਪੁਰਸ਼ਾਂ ਦੇ ਦਰਸ਼ਨ ਕਰਨੇ ਮਾਤਰ ਹੀ ਮਨ ਪਵਿੱਤਰ ਹੋ ਜਾਂਦਾ ਹੈ। ਜਿਹੜਾ ਮਨ ਹਰ ਸਮੇਂ ਪਾਪ ਚਿਤਵਦਾ ਰਹਿੰਦਾ ਹੈ, ਬੁਰਾ ਚਿਤਵਦਾ ਰਹਿੰਦਾ ਹੈ, ਬੁਰਾ ਸੋਚਦਾ ਰਹਿੰਦਾ ਹੈ,
ਉਸੇ ਮਨ ਦੇ ਵਿੱਚ ਫਿਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਮਨ ਫਿਰ ਭਲਾ ਸੋਚਣ ਲੱਗ ਪੈਂਦਾ ਹੈ, ਭਲਾ ਕਰਮ ਕਰਨ ਦੇ ਵਾਸਤੇ ਚਿਤਵਦਾ ਹੈ, ਭਲਿਆਂ ਦੀ ਸੰਗਤ ਵਿੱਚ ਜੁੜਨ ਦੇ ਵਾਸਤੇ ਹਰ ਸਮੇਂ ਚਾਹਵਾਨ ਹੋ ਕੇ ਰਹਿੰਦਾ ਹੈ, ਭਲਾ ਪਰਮੇਸ਼ਰ ਦਾ ਨਾਮ ਜਪਣ ਦੇ ਵੱਲ ਫਿਰ ਹਰ ਸਮੇਂ ਤਤਪਰ ਹੋ ਕੇ ਰਹਿੰਦਾ ਹੈ। ਐਸੀ ਸਤ ਸੰਗਤ ਦੀ ਪ੍ਰੇਰਣਾ ਸਦਕਾ ਮਹਾਰਾਜ ਹਜ਼ੂਰ ਕਹਿੰਦੇ ਹਨ ਕਿ ਜੀਵ ਦਾ ਜੋ ਮਨ ਹੈ ਫਿਰ ਹਰ ਸਮੇਂ ਪ੍ਰਮਾਤਮਾ ਦੇ ਨਾਮ ਦੇ ਵੱਲ ਲੱਗਾ ਰਹਿੰਦਾ ਹੈ। ਭੇਟ ਤੇ ਜਪੀਐ ਨਾਉ, ਤੇ ਜਦੋਂ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਇਹ ਤਾਂ ਦਰਸ਼ਨ ਕਰਨੇ ਮਾਤਰ ਹੀ ਮਨ ਦੇ ਵਿੱਚੋਂ ਪਾਪ ਕਰਮਾਂ ਦੀ ਅਭਾਵਤਾ ਹੋ ਜਾਂਦੀ ਹੈ ਤੇ ਪਰਮੇਸ਼ਰ ਦਾ ਨਾਮ ਚੇਤੇ ਆ ਜਾਂਦਾ ਹੈ। ਜੇ ਜੀਵਨ ਦੀ ਵੀ ਸਤ ਸੰਗਤ ਦੀ ਪ੍ਰਾਪਤੀ ਹੋ ਜਾਵੇ ਤੇ ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਜੀਵਨ ਦੇ ਵਿੱਚ ਹਰ ਸਮੇਂ ਪ੍ਰਾਪਤੀ ਹੋਈ ਰਹਿੰਦੀ ਹੈ। ਐਸੀ ਮਹਾਨ ਸਤਿਪੁਰਸ਼ਾਂ ਦੀ ਸੰਗਤ ਦੀ ਮਹਾਨਤਾ ਹੈ। ਗਰੀਬ ਨਵਾਜ ਹਜ਼ੂਰ ਨੇ ਗੁਰਬਾਣੀ ਵਿੱਚ ਬੇਅੰਤ ਬਚਨ ਉਚਾਰਨ ਕੀਤੇ ਹਨ, ਕਿਉਂਕਿ ਜਿਨ੍ਹਾਂ ਦੇ ਬਾਬਤ ਮਹਾਰਾਜ ਹਜ਼ੂਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਬਾਣੀ ਦੇ ਅੰਦਰ ਐਸੇ ਬਚਨ ਉਚਾਰਨ ਕੀਤੇ ਹੈ ਕਿ ਸਦਾ ਹੀ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਹਿੱਤ, ਜੀਵਾਂ ਦਾ ਉਪਕਾਰ, ਜੀਵਾਂ ਦਾ ਭਲਾ ਕਰਨ ਵਾਸਤੇ ਹੀ ਸਤਿਪੁਰਸ਼ਾਂ ਦਾ ਸੰਸਾਰ ਦੇ ਵਿੱਚ ਆਉਣਾ ਹੁੰਦਾ ਹੈ। ਭਾਵੇਂ ਮਨੁੱਖ ਜਿੰਨਾ ਮਰਜ਼ੀ ਯਤਨ ਕਰਦਾ ਹੈ, ਉਹ ਆਪਣਾ ਭਲਾ ਉਹਨਾਂ ਸਮਾਂ ਕਈ ਵਾਰ ਨਹੀਂ ਕਰ ਸਕਦਾ ਜਦੋਂ ਤੱਕ ਜੀਵਨ ਦੇ ਵਿੱਚ ਸਤਿਪੁਰਸ਼ਾਂ ਦੀ, ਭਲੇ ਪੁਰਸ਼ਾਂ ਦੀ, ਗੁਰਮੁਖਾਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਨਹੀਂ ਪ੍ਰਾਪਤ ਹੁੰਦੀ। ਉਹਨਾਂ ਸਮਾਂ ਕਈ ਵਾਰ ਆਪਣੇ ਜੀਵਨ ਦੇ ਅੰਦਰ ਉਹ ਭਲਾ ਕਰਮ ਨਹੀਂ ਕਰਦਾ, ਉਹ ਸੰਸਾਰ ਦੇ ਅੰਦਰ ਹੀ ਹਰ ਸਮੇਂ ਪਰਿਵਰਤਿਤ ਹੋਇਆ ਰਹਿੰਦਾ ਹੈ। ਜਿੱਦਾਂ ਦੀ ਸੰਗਤ ਕਰਦਾ ਉੱਦਾਂ ਦਾ ਮਨ ਹਰ ਸਮੇਂ ਪਰਿਵਰਤਿਤ ਹੋਇਆ ਰਹਿੰਦਾ ਹੈ। ਸੰਸਾਰ ਦੇ ਕੰਮਾਂ ਕਾਜਾਂ ਧੰਦਿਆਂ ਦੇ ਵਿੱਚ ਰੁੱਝਿਆ ਰਹਿੰਦਾ ਹੈ, ਸੰਸਾਰ ਦੇ ਪਾਪ ਕਰਮਾਂ ਦੇ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰ ਰਹੇ ਹੈ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਜੀਵਨ ਵਿੱਚ ਨਾਮ ਜਪਣ ਵਾਲੇ ਸਤਿਪੁਰਸ਼ਾਂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ। ਮਨ ਤ੍ਰਿਪਤਾਨੋ ਮਿਟੇ ਜੰਜਾਲ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਫਰਮਾਨ ਕਰ ਰਹੇ ਹਨ, ਉਹਨਾਂ ਵਡਭਾਗੇ ਪੁਰਖਾਂ ਦਾ ਮਨ ਤ੍ਰਿਪਤ ਹੋ ਗਿਆ ਜਿਨ੍ਹਾਂ ਦੇ ਸੰਸਾਰ ਦੇ ਜੰਜਾਲ ਖਤਮ ਹੋ ਗਏ ਹਨ, ਜਗਤ ਦੇ ਜੰਜਾਲਾਂ ਤੋਂ ਆਜ਼ਾਦ ਹੋ ਗਏ ਨੇ, ਸੁਤੰਤਰ ਹੋ ਕੇ ਜੀਵਨ ਨਿਰਵਾਹ ਕਰਦੇ ਹੈ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਣਾ ਕੀਤਾ। ਉਹ ਗੁਰਮੁਖ ਪਿਆਰੇ ਮਨ ਕਰਕੇ ਤ੍ਰਿਪਤ ਹੋ ਗਏ ਹਨ, ਕਿਉਂਕਿ ਜਿਹੜੀ ਪਦਾਰਥਾਂ ਦੀ ਆਸਾ, ਸੰਸਾਰ ਦੇ ਸੁੱਖਾਂ ਦੀ ਆਸਾ ਜੋ ਭੁੱਖ ਹੈ, ਆਸਾ ਤ੍ਰਿਸ਼ਨਾ ਦੀ ਭੁੱਖ ਹੈ, ਇਹ ਵੀ ਇੱਕ ਜੀਵਨ ਦੇ ਵਿੱਚ ਬੜਾ ਵੱਡਾ ਜੰਜਾਲ ਹੈ, ਬਹੁਤ ਵੱਡਾ ਇੱਕ ਬੰਧਨ ਹੈ। ਤੇ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਐਸੇ ਬੰਧਨ ਤੋਂ ਇੱਕ ਵਿਰਲਾ ਹੀ ਮਨੁੱਖ ਸੰਸਾਰ ਦਾ ਬਚਿਆ ਹੈ, ਨਹੀਂ ਤਾਂ ਹਰ ਇੱਕ ਜੀਵ ਇਸ ਬੰਧਨ ਦਾ ਸ਼ਿਕਾਰ ਹੋਇਆ। ਸੰਸਾਰ ਭਰ ਦੇ ਤਮਾਮ ਜੀਵ ਇਸ ਤ੍ਰਿਸ਼ਨਾ ਦੇ, ਆਸਾ ਤ੍ਰਿਸ਼ਨਾ ਦੀ ਭੁੱਖ ਦੇ ਸ਼ਿਕਾਰ ਹੋਏ ਹਨ। ਹਰ ਕੋਈ ਜੀਵ ਇਹਦੇ ਅਧੀਨ ਹੋ ਕਰਕੇ ਜ਼ਿੰਦਗੀ ਬਤੀਤ ਕਰ ਰਿਹਾ ਹੈ, ਪਰ ਕੋਈ ਵਿਰਲੇ ਗੁਰਮੁਖ ਹਨ ਜਿਨ੍ਹਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੈ।
ਐਸੇ ਗੁਰਮੁਖ ਪਿਆਰੇ ਸਤਿਪੁਰਸ਼ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਇਸ ਜੰਜਾਲ ਤੋਂ ਆਜ਼ਾਦ ਹੋ ਕੇ ਜੀਵਨ ਨਿਰਵਾਹ ਕਰ ਰਹੇ ਹੈ। ਹਜੂਰ ਨੇ ਉਚਾਰਨ ਕੀਤਾ, ਮਨ ਤ੍ਰਿਪਤਾਨੋ ਮਿਟੇ ਜੰਜਾਲ। ਜਦੋਂ ਸੰਸਾਰ ਦੇ ਜੰਜਾਲ ਮਿਟ ਗਏ ਨਾ, ਔਗਣਾ ਰੂਪੀ ਪਾਪ ਕਰਮਾਂ ਰੂਪੀ ਜਾਂ ਵਿਸ਼ਿਆਂ ਔਰ ਵਿਕਾਰਾਂ ਰੂਪੀ ਜੰਜਾਲ ਮਿਟ ਗਏ ਹਨ, ਜੀਵ ਦਾ ਮਨ ਤ੍ਰਿਪਤ ਹੋ ਜਾਣਾ ਕੀਤਾ, ਮਨ ਕਰਕੇ ਰੱਜ ਗਿਆ ਹੈ। ਕਿਉਂਕਿ ਤਨ ਦੀ ਜਿਹੜੀ ਤ੍ਰਿਪਤੀ ਹੈ ਕੋਈ ਸਮੇਂ ਦੇ ਵਾਸਤੇ ਹੋ ਜਾਂਦੀ ਹੈ, ਪਰ ਜੋ ਮਨ ਦੀ ਤ੍ਰਿਪਤੀ ਹੈ ਨਾ, ਉਹ ਸੰਸਾਰ ਦੇ ਜਿੰਨੇ ਮਰਜ਼ੀ ਧਨ ਪਦਾਰਥਾਂ ਦੀ ਇਕੱਤਰਤਾ ਕਰੀ ਜਾਵੇ, ਬਹੁ ਗਿਣਤੀ ਵਿੱਚ ਧਨ ਪਦਾਰਥ ਸੰਚਿਤ ਕਰ ਲਵੇ, ਫਿਰ ਵੀ ਮਨ ਨਹੀਂ ਕਹਿੰਦਾ ਕਿ ਮੈਂ ਰੱਜ ਗਿਆ ਹਾਂ। ਤੇ ਜੋ ਕੁਝ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਹੁੰਦਾ ਹੈ, ਐਸਾ ਇਹ ਤ੍ਰਿਸ਼ਨਾ ਦਾ, ਆਸਾ ਤ੍ਰਿਸ਼ਨਾ ਦਾ, ਭੁੱਖ ਦਾ ਜੰਜਾਲ ਹੈ। ਜੋ ਕੁਝ ਮਨੁੱਖ ਦੇ ਕੋਲ ਹੁੰਦਾ ਉਹਦਾ ਸੁੱਖ ਵੀ ਨਹੀਂ ਮਾਨਣ ਦਿੰਦਾ, ਕੇਵਲ ਹੋਰ ਪਾਉਣ ਦੇ ਵਾਸਤੇ, ਇਕੱਤਰ ਕਰਨ ਦੇ ਵਾਸਤੇ ਹਰ ਸਮੇਂ ਯਤਨਸ਼ੀਲ ਰਹਿੰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਨ ਤ੍ਰਿਪਤਾਨੋ ਮਿਟੇ ਜੰਜਾਲ। ਜਿਨ੍ਹਾਂ ਦੇ ਸੰਸਾਰ ਦੇ ਬੰਧਨਾਂ ਦੇ ਜੰਜਾਲ, ਔਗਣਾਂ ਦੇ ਮਾਇਆ ਦੇ ਜਾਲ ਮਿਟ ਗਏ ਹੈ, ਸਰੀਰਾਂ ਦੇ ਮੋਹ, ਪਦਾਰਥਾਂ ਦੀ ਮਮਤਾ ਆਦਿਕ, ਇਹ ਸਭ ਪਰਮਾਤਮਾ ਨੇ ਮਿਟਾ ਦਿੱਤੇ ਹੈ। ਉਹ ਮਨ ਕਰਕੇ ਮਹਾਰਾਜ ਕਹਿੰਦੇ ਆਜ਼ਾਦ ਹੋ ਗਏ ਹਨ, ਮਨ ਕਰਕੇ ਉਹਨਾਂ ਨੇ ਤ੍ਰਿਪਤ ਹੋ ਜਾਣਾ ਕੀਤਾ ਹੈ। ਰੱਬ ਆਪਣਾ ਹੋਇਆ ਕਿਰਪਾਲ। ਇਹ ਅਮੋਲਕ ਦਾਤ ਕਿੱਥੋਂ ਪ੍ਰਾਪਤ ਹੋਈ? ਪਰਮਾਤਮਾ ਦੀ ਜਦੋਂ ਕਿਰਪਾਲਤਾ ਹੋਈ ਹੈ। ਪਰਮੇਸ਼ਰ ਜਦੋਂ ਕਿਰਪਾਲੂ ਹੋਇਆ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਤਾਂ ਹੀ ਐਸੀ ਅਮੋਲਕ ਦਾਤ ਨੂੰ ਜੀਵਨ ਦੇ ਵਿੱਚ ਪਾਇਆ ਹੈ। ਗਰੀਬ ਨਵਾਜ ਸਤਿਗੁਰੂ ਜੀ ਤਰੁੱਟ ਕਰਕੇ ਜਦੋਂ ਜੀਵ ਨੂੰ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ ਨਾ, ਉਦੋਂ ਸੰਸਾਰ ਦੀਆਂ ਸਭ ਭੁੱਖਾਂ ਮਹਾਰਾਜ ਕਹਿੰਦੇ ਮਿਟ ਜਾਂਦੀਆਂ ਹਨ। ਨਹੀਂ ਤੇ ਹਰ ਸਮੇਂ ਇਹ ਜੀਵ ਭੁੱਖੋਂ ਹੀ ਕਰਦਾ ਰਹਿੰਦਾ ਹੈ, ਕਦੇ ਕੋਈ ਪਦਾਰਥ, ਕਦੇ ਕਿਸੇ ਨੂੰ ਦੇਖ ਕਰਕੇ ਲਲਚਾਇਆ ਰਹਿੰਦਾ ਹੈ। ਮਨ ਹਰ ਸਮੇਂ ਜੀਵ ਦਾ ਲਾਲਚੀ ਬਣਿਆ ਰਹਿੰਦਾ ਹੈ, ਮਨ ਕਰਕੇ ਕਦੇ ਵੀ ਰੱਜਦਾ ਨਹੀਂ ਹੈ। ਭੁੱਖਿਆ ਭੁੱਖ ਨਾ ਉਤਰੀ। ਮਹਾਰਾਜ ਕਹਿੰਦੇ ਮਨ ਕਰਕੇ ਜਿਹੜੇ ਮਨੁੱਖ ਭੁੱਖੇ ਆ ਨਾ, ਉਹਨਾਂ ਦੇ ਕਿਸੇ ਵੀ ਸੰਸਾਰ ਦੇ ਪਦਾਰਥ ਤੋਂ, ਨਾ ਦੇਖਣ ਤੋਂ, ਨਾ ਬੋਲਣ ਤੋਂ, ਨਾ ਸੁਣਨ ਤੋਂ, ਨਾ ਜ਼ਬਾਨ ਦੇ ਰਸਾਂ ਤੋਂ, ਨਾ ਵਿਸ਼ਿਆਂ ਦੇ ਰਸਾਂ ਤੋਂ ਕਦੇ ਮਨ ਉਹਨਾਂ ਦਾ ਤ੍ਰਿਪਤ ਹੋਇਆ ਹੈ। ਜੇ ਮਨ ਤ੍ਰਿਪਤ ਹੋਇਆ ਤੇ ਪਰਮਾਤਮਾ ਦੀ ਕਿਰਪਾਲਤਾ ਕਰਕੇ ਹੋਇਆ ਹੈ। ਪਰਮੇਸ਼ਰ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਸਤਿਗੁਰੂ ਜੀ ਦੀ ਬਖਸ਼ੀ ਹੋਈ ਅਮੋਲਕ ਨਾਮ ਬਾਣੀ ਦੀ ਦਾਤ ਕਰਕੇ, ਸ਼ਬਦ ਦੀ ਦਾਤ ਕਰਕੇ ਇਹ ਮਨ ਤ੍ਰਿਪਤਾਨਾ ਤ੍ਰਿਪਤ ਹੋਇਆ ਹੈ। ਮਨ ਕਰਕੇ ਜੀਵ ਦੀ ਤ੍ਰਿਪਤੀ ਹੋਈ ਹੈ, ਪਰਮਾਤਮਾ ਦੀ ਕਿਰਪਾਲਤਾ ਹੋਣੇ ਕਰਕੇ। ਸੰਤ ਪ੍ਰਸਾਦ ਭਲੀ ਬਣੀ। ਸਤਿਪੁਰਸ਼ਾਂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੇ ਨਾਲ ਭਲੀ ਬਣ ਆਉਂਦੀ ਹੈ। ਜੀਵਨ ਦੇ ਅੰਦਰ ਸਾਧ ਸੰਗਤ ਜੀ, ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਕਰਨੇ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਾਇਕ ਬਣਦੇ ਹੈ। ਗਰੀਬ ਨਵਾਜ ਪੂਰੇ ਸਤਿਗੁਰੂ ਜੀ ਵਿਚੋਲੇ ਬਣ ਕੇ ਪਰਮਾਤਮਾ ਦੇ ਨਾਲ ਜੀਵ ਦੀ ਅਭੇਦਤਾ ਕਰਾ ਦਿੰਦੇ ਹੈ, ਜੀਵ ਦਾ ਮਿਲਾਪ ਕਰਾ ਦਿੰਦੇ ਹਨ। ਇਸੇ ਤਰ੍ਹਾਂ ਜੀਵਨ ਦੇ ਅੰਦਰ ਸਤਿਪੁਰਸ਼ਾਂ ਦੀ ਪ੍ਰਾਪਤੀ ਹੋ ਜਾਣੀ, ਜੋ ਆਪ ਪਰਮੇਸ਼ਰ ਦੇ ਨਾਲ ਚਿਤ ਬਿਰਤੀ ਕਰਕੇ ਜੁੜੇ ਹੋਏ ਹੈ। ਉਹ ਸੰਸਾਰ ਦੇ ਭੁੱਲੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਤੇ ਪਾ ਕੇ ਪਰਮਾਤਮਾ ਦੇ ਨਾਲ ਮਿਲਾਉਣ ਦੇ ਸਹਾਇਕ ਬਣ ਜਾਂਦੇ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਗੁਰਬਾਣੀ ਅੰਦਰ ਕਿ ਜੋ ਪਰਮਾਤਮਾ ਦੀ ਬੰਦਗੀ ਕਰਦੇ ਆ ਨਾ ਬ੍ਰਹਮ ਬੇਤੇ, ਉਹਨਾਂ ਨੂੰ ਪਰਮਾਤਮਾ ਨੇ ਇਹ ਸਮਰੱਥਾ ਬਖਸ਼ੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇਹ ਵਡਿਆਈ ਬਖਸ਼ਿਸ਼ ਕੀਤੀ ਹੈ ਕਿ ਜੀਵਨ ਦੇ ਅੰਦਰ ਮਨੁੱਖ ਨੂੰ ਚੰਗੇ ਪਾਸੇ ਲਗਾ ਕੇ, ਪ੍ਰੇਰਣਾ ਦੇ ਕਰਕੇ, ਭਜਨ ਬੰਦਗੀ ਕਰਵਾ ਕੇ ਉਹਨੂੰ ਸਹੀ ਰਸਤੇ ਤੇ ਚਲਾ ਕੇ ਪਰਮਾਤਮਾ ਤੱਕ ਪਹੁੰਚਾ ਦੇਣਾ, ਇਹ ਪਰਮਾਤਮਾ ਦੀ ਬਖਸ਼ੀ ਹੋਈ ਵਡਿਆਈ ਹੈ। ਸੰਤ ਪ੍ਰਸਾਦ ਭਲੀ ਬਣੀ। ਜਿਨ੍ਹਾਂ ਤੇ ਸਤਿਪੁਰਸ਼ਾਂ ਦੀ ਬਖਸ਼ਿਸ਼ ਹੋ ਜਾਂਦੀ, ਮਹਾਰਾਜ ਕਹਿੰਦੇ ਭਲੀ ਪ੍ਰਕਾਰ ਉਹਨਾਂ ਦੀ ਪਰਮਾਤਮਾ ਦੇ ਨਾਲ ਬਣ ਆਉਂਦੀ ਹੈ। ਨਹੀਂ ਤੇ ਪਰਮਾਤਮਾ ਦੇ ਨਾਲ ਕੌਣ ਮਿੱਤਰਤਾ ਪਾਉਂਦਾ? ਰੱਬ ਨੂੰ ਕੌਣ ਆਪਣਾ ਮੰਨਦਾ ਹੈ? ਕੋਈ ਨਹੀਂ ਮੰਨਦਾ, ਮੰਨਣ ਦੇ ਵਿੱਚ ਆਉਂਦਾ ਹੀ ਨਹੀਂ। ਕਿਉਂਕਿ ਜੋ ਕੁਝ ਵੀ ਦ੍ਰਿਸ਼ਟਾਮਾਨ ਸੰਸਾਰ ਦੇ ਅੰਦਰ ਨਜ਼ਰ ਆ ਰਿਹਾ ਹੈ, ਮਨੁੱਖ ਉਸੇ ਨੂੰ ਅਸਲ ਦੇ ਵਿੱਚ ਸੱਚ ਮੰਨਦਾ ਹੈ।
ਜੋ ਕੁਝ ਵੀ ਸੰਸਾਰ ਦੇ ਵਿੱਚ ਦਿਸਦਾ ਹੈ, ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਮਨੁੱਖ ਹਰ ਸਮੇਂ ਉਸੇ ਨੂੰ ਸੱਚਾ ਮੰਨਦਾ ਹੈ, ਤੇ ਜੋ ਅਦ੍ਰਿਸ਼ਟ ਸਰੂਪ ਹੈ, ਪਰਮਾਤਮਾ ਨਜ਼ਰ ਨਹੀਂ ਆਉਂਦਾ, ਉਸ ਪਰਮਾਤਮਾ ਤੇ ਸ਼ੱਕ ਕਰਦਾ ਹੈ, ਸੰਸਾਰ ਨੂੰ ਆਪਣਾ ਤੇ ਪਰਮਾਤਮਾ ਨੂੰ ਪਰਾਇਆ ਮੰਨਦਾ ਹੈ। ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਐਸੀ ਸੰਸਾਰ ਦੇ ਜਗਤ ਦੇ ਜੀਵਾਂ ਦੀ ਹਾਲਤ ਹੈ ਕਿ ਪਰਮਾਤਮਾ ਨੂੰ ਪਰਾਇਆ ਮੰਨਦੇ ਆ, ਕਿਉਂਕਿ ਉਹ ਰੱਬ ਦਿਸਦਾ ਨਹੀਂ ਹੈ, ਤੇ ਜੋ ਕੁਝ ਦਿਸ ਰਿਹਾ ਇਹ ਹਕੀਕਤ ਦੇ ਵਿੱਚ ਸੱਚ ਨਹੀਂ। ਬੇਸਮਝ ਹੋਣੇ ਕਰਕੇ ਸੰਸਾਰ ਨੂੰ ਸੱਚ ਤੇ ਪਰਮਾਤਮਾ ਤੇ ਸ਼ੱਕ ਕਰਦਾ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਜੇ ਜੀਵਨ ਦੇ ਵੀ ਸਤਿਪੁਰਸ਼ਾਂ ਦੀ ਕਿਰਪਾ ਹੋ ਜਾਵੇ ਨਾ, ਸੰਤ ਪ੍ਰਸਾਦ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਚੰਗੀ ਸਿੱਖਿਆ ਮਿਲ ਜਾਵੇ ਜੀਵਨ ਦੇ ਵਿੱਚ, ਭਲੀ ਬਣੀ ਭਲੀ ਪ੍ਰਕਾਰ ਫਿਰ ਪਰਮਾਤਮਾ ਦੇ ਨਾਲ ਬਣ ਆਉਂਦੀ ਹੈ। ਭਲੀ ਪ੍ਰਕਾਰ ਪਰਮੇਸ਼ਰ ਦੇ ਨਾਲ ਮਿੱਤਰਤਾ ਬਣ ਜਾਂਦੀ ਹੈ। ਭਲੀ ਪ੍ਰਕਾਰ ਹਿਰਦਿਓਂ ਪਰਮਾਤਮਾ ਦੇ ਨਾਲ ਪ੍ਰੇਮ ਬਣ ਜਾਂਦਾ ਹੈ। ਭਲੀ ਪ੍ਰਕਾਰ ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਬਣ ਜਾਂਦਾ ਹੈ। ਜਦੋਂ ਜੀਵਨ ਦੇ ਅੰਦਰ ਸਤਿਪੁਰਸ਼ਾਂ ਦੀ ਕਿਰਪਾ ਹੋ ਜਾਂਦੀ ਹੈ, ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ। ਜਿਸ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਸਾਰਾ ਕੁਝ ਪੂਰਾ ਹੈ, ਕੁਝ ਵੀ ਅਧੂਰਾ ਨਹੀਂ। ਪਰਮਾਤਮਾ ਆਪ ਪੂਰਾ ਹੈ। ਉਸ ਪਰਮਾਤਮਾ ਦੇ ਕੀਤੇ ਹੋਏ ਕਾਰਜ ਕਰਤੱਵ ਵੀ ਸਾਰੇ ਪੂਰੇ ਹਨ। ਪੂਰੇ ਕਾ ਕੀਆ ਸਭ ਕਿਛ ਪੂਰਾ, ਘਾਟ ਵੱਧ ਕਿਛ ਨਾਹੀ। ਨਾ ਉਹਦੇ ਵਿੱਚ ਘਾਟ ਹੈ, ਨਾ ਕੋਈ ਵਾਧ ਹੈ। ਕੋਈ ਕਥਨ ਕੀਤਾ ਹੀ ਨਹੀਂ ਜਾ ਸਕਦਾ। ਕੋਈ ਆਪਣੇ ਬਲ ਦੇ ਨਾਲ ਪਰਮਾਤਮਾ ਵਿੱਚ ਦੋਸ਼ ਆਰੋਪ ਹੀ ਨਹੀਂ ਸਕਦਾ। ਉਹ ਪਰਮੇਸ਼ਰ ਆਪ ਪੂਰਾ ਹੈ। ਉਸ ਵਾਹਿਗੁਰੂ ਦਾ ਕੀਤਾ ਹੋਇਆ ਕਰਤੱਵ, ਹਰ ਇੱਕ ਕਰਤੱਵ ਵੀ ਪਰਮਾਤਮਾ ਦਾ ਪੂਰਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਕਹਿੰਦੇ, ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ। ਜਿਸ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵੀ ਸਭ ਕੁਝ ਪੂਰਨ ਪੂਰਾ ਹੀ ਪੂਰਾ ਹੈ। ਕੁਝ ਵੀ ਘਾਟ, ਕੁਝ ਵੀ ਥੋੜਾ ਨਹੀਂ ਹੈ। ਸਭ ਕੁਝ ਬਹੁਤਾ ਹੈ, ਸਭ ਕੁਝ ਪੂਰਾ ਹੈ। ਕੁਝ ਵੀ ਪਰਮਾਤਮਾ ਦੇ ਘਰ ਦੇ ਵਿੱਚ ਅਧੂਰਾ ਨਹੀਂ ਹੈ। ਜਾਂ ਜੋ ਵੀ ਸੰਸਾਰ ਦੇ ਅੰਦਰ ਮਨੁੱਖ ਜੀਵਨ ਨਿਰਵਾਹ ਕਰਦਾ ਹੈ, ਜਦੋਂ ਤੱਕ ਜੀਵਨ ਪੂਰਾ ਨਹੀਂ ਹੁੰਦਾ, ਜੀਵਨ ਸਫਲਾ ਨਹੀਂ ਹੁੰਦਾ, ਪਰਮਾਤਮਾ ਦੀ ਭਜਨ ਬੰਦਗੀ ਕਰਕੇ ਉਦੋਂ ਤੱਕ ਪੂਰੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਅਧੂਰੇਪਨ ਵਾਲਾ ਮਨੁੱਖ ਜੋ ਹੈ, ਜਿਸ ਮਨੁੱਖ ਦੀ ਜ਼ਿੰਦਗੀ ਅਧੂਰੇਪਨ ਦੇ ਵਿੱਚ ਬਤੀਤ ਹੋ ਰਹੀ ਹੈ, ਜਿਸ ਮਨੁੱਖ ਦਾ ਸਾਰਾ ਜੀਵਨ ਹੀ ਅਧੂਰੇਪਨ ਦੇ ਵਿੱਚ ਲੰਘਿਆ ਹੋਵੇ, ਉਹ ਪੂਰੇ ਪਰਮਾਤਮਾ ਦੇ ਘਰ ਦੇ ਵਿੱਚ ਕਦੇ ਪ੍ਰਵਾਨਗੀ ਨਹੀਂ ਪ੍ਰਾਪਤ ਕਰ ਸਕਦਾ। ਉਸ ਪੂਰੇ ਤੱਕ ਪਹੁੰਚਣ ਦੇ ਵਾਸਤੇ ਜੀਵਨ ਵੀ ਪੂਰਾ ਹੋਣਾ ਚਾਹੀਦਾ ਹੈ। ਤੇ ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਹੇ ਜੀਵ, ਜੀਵਨ ਤਾਂ ਪੂਰਾ ਹੋਵੇਗਾ ਜੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰੇ, ਪੂਰਨ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪੇ, ਪੂਰੇ ਪਰਮਾਤਮਾ ਦਾ ਨਾਮ ਜਪੇ, ਪੂਰੇ ਪਰਮਾਤਮਾ ਦੇ ਗੁਣ ਗਾਵੇ, ਤਾਂ ਹੀ ਮਹਾਰਾਜ ਕਹਿੰਦੇ ਅਧੂਰਾਪਣ ਖਤਮ ਹੋਵੇਗਾ, ਪੂਰੇ ਪਰਮਾਤਮਾ ਦੇ ਘਰ ਪ੍ਰਵਾਨ ਹੋ ਸਕੇਗਾ। ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਮਹਾਰਾਜ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਅਧੂਰਾਪਨ ਮਿਟ ਜਾਂਦਾ ਹੈ। ਸੋ ਹਜੂਰ ਬਖਸ਼ਿਸ਼ ਕਰ ਰਹੇ ਹਨ, ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ। ਹੈ ਜੀਵ, ਜਿਸ ਪਰਮਾਤਮਾ ਦੀ ਸਤ ਸੰਗਤ ਰੂਪੀ ਘਰ ਦੇ ਵਿੱਚ ਵੀ ਸਭ ਕੁਝ ਪੂਰਨ ਹੈ, ਸਭ ਕੁਝ ਪੂਰਾ ਪੂਰਾ ਪ੍ਰਾਪਤ ਹੁੰਦਾ ਹੈ। ਕਦੇ ਵੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸਤ ਸੰਗਤ ਕੀਤੀ ਹੋਵੇ ਤੇ ਕਹੇ ਕਿ ਫਲ ਮੈਨੂੰ ਪੂਰਾ ਨਹੀਂ ਪ੍ਰਾਪਤ ਹੋਇਆ, ਮਹਾਰਾਜ ਕਹਿੰਦੇ ਇਹ ਨਹੀਂ ਕਦਾਚਿਤ ਵੀ ਹੋ ਸਕਦਾ। ਜਿੱਦਾਂ ਦੀ ਮਨ ਵਿੱਚ ਮਨੁੱਖ ਭਾਵਨਾ ਲੈ ਕੇ ਆਉਂਦਾ ਹੈ, ਉਹਨਾਂ ਕੋ ਫਲ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿੰਨੀ ਕੁ ਮਨ ਵਿੱਚ ਭਾਵਨਾ, ਜਿੰਨੀ ਕੁ ਸ਼ਰਧਾ ਲੈ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਉਂਦਾ ਹੈ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਜੁੜਦਾ ਹੈ, ਕਿਉਂਕਿ ਸਤਿਗੁਰੂ ਜੀ ਵਿੱਚ ਤਾਂ ਕੋਈ ਦੋਸ਼ ਨਹੀਂ ਨਾ ਕੱਢਿਆ ਜਾ ਸਕਦਾ। ਘਾਟ ਤਾਂ ਸਾਡੇ ਅੰਦਰ ਹੀ ਹੈ ਨਾ, ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਘਾਟਾਂ ਦੇ ਨਾਲ ਅਸੀਂ ਭਰੇ ਪਏ ਹਾਂ। ਮਹਾਰਾਜ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ,
ਹਜੂਰ ਨੇ ਉਚਾਰਨ ਕੀਤਾ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸਤਿਗੁਰੂ ਜੀ ਤਾਂ ਹੱਥਾਂ ਦੀਆਂ ਹਥੇੜੀਆਂ ਤੇ ਦਾਤਾਂ ਟਿਕਾ ਕੇ ਸਿੱਖ ਨੂੰ ਉਡੀਕਦੇ ਪਏ ਐ, ਪਰ ਸਿੱਖ ਨੂੰ ਮੰਗਣ ਦੀ ਜਾਚ ਹੀ ਨਹੀਂ। ਮਹਾਰਾਜ ਕਹਿੰਦੇ ਝੋਲੀ ਵਿੱਚ ਦਾਤ ਪਵਾਉਣ ਦੀ ਅਜੇ ਤੱਕ ਜਾਚ ਨਹੀਂ ਆਈ, ਫਿਰ ਸਤਿਗੁਰੂ ਜੀ ਦਾ ਦੋਸ਼ ਭਲਾ ਕੀ ਹੋਇਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਿੱਖਿਆ ਦਿੰਦੇ ਐ, ਸਤਿਗੁਰੂ ਜੀ ਸਤ ਸੰਗਤ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਐ, ਪਰ ਸਿੱਖ ਹੀ ਮਹਾਰਾਜ ਜੀ ਦਾ ਉਪਦੇਸ਼ ਜੀਵਨ ਦੇ ਵਿੱਚ ਧਾਰਨ ਕਰਨਾ ਨਾ ਚਾਹਵਾਨ ਹੋਵੇ, ਮਹਾਰਾਜ ਜੀ ਦੀ ਸਿੱਖਿਆ ਨੂੰ ਸਤਿਗੁਰਾਂ ਦੇ ਉਪਦੇਸ਼ ਨੂੰ ਪਿਆਰ ਭਾਵਨਾ ਦੇ ਨਾਲ ਨਾ ਸਰਵਣ ਕਰੇ, ਸਤਿਗੁਰਾਂ ਦੇ ਉਪਦੇਸ਼ ਨੂੰ ਨਾ ਜੀਵਨ ਦੇ ਵਿੱਚ ਧਾਰਨ ਕਰੇ, ਉੱਥੇ ਪੂਰੇ ਸਤਿਗੁਰੂ ਜੀ ਦੇ ਉੱਪਰ ਕਿਵੇਂ ਦੋਸ਼ ਕੱਢਿਆ ਜਾ ਸਕਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਮਹਾਰਾਜ ਕਹਿੰਦੇ ਸੱਚੇ ਸਤਿਗੁਰੂ ਜੀ ਉੱਥੇ ਕਲਾ ਭਲਾ ਕਿਵੇਂ ਵਰਤ ਸਕਦੀ ਹੈ। ਜੇ ਸਿੱਖ ਗੁਰੂ ਦਾ ਵਚਨ ਸੁਣ ਕਰਕੇ ਅਵੇਸਲਾ ਹੋ ਜਾਂਦਾ, ਇੱਕ ਕੰਨੋਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦਾ, ਉੱਥੇ ਸਤਿਗੁਰੂ ਜੀ ਦੀ ਕਲਾ ਭਾਵੇਂ ਭਲਾ ਕਿਵੇਂ ਵਰਤ ਸਕਦੀ ਹੈ। ਮਹਾਰਾਜ ਸਤਿਗੁਰੂ ਜੀ ਦੀ ਕਲਾ ਤਾਂ ਵਰਤੇਗੀ ਇਹ ਜੀਵ ਜੇ ਗਰੀਬ ਨਵਾਜ ਸਤਿਗੁਰੂ ਜੀ ਦੀ ਸਿੱਖਿਆ ਨੂੰ ਸੁਣ ਕਰਕੇ ਗ੍ਰਹਿਣ ਕਰਦਾ ਹੈ, ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕੇ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਤਾਂ ਹੀ ਮਹਾਰਾਜ ਕਹਿੰਦੇ ਕਿ ਪੂਰਨ ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰਵਾਨਗੀ ਪ੍ਰਾਪਤ ਕਰਦਾ ਹੈ। ਸੋ ਹਜੂਰ ਨੇ ਉਚਾਰਨ ਕੀਤਾ, ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ। ਜਿਨ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਦੀ ਸਤ ਸੰਗਤ ਰੂਪੀ ਘਰ ਦੇ ਵਿੱਚ ਸਭ ਕੁਝ ਪੂਰਾ ਪੂਰਾ ਹੀ ਪ੍ਰਾਪਤ ਹੁੰਦਾ ਹੈ। ਮਹਾਰਾਜ ਕਦੇ ਵੀ ਸਿੱਖ ਨੂੰ ਅਧੂਰੇਪਣ ਦੇ ਵਿੱਚ ਨਹੀਂ ਰਹਿਣ ਦਿੰਦੇ। ਹਰ ਇੱਕ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਕੇ ਝੋਲੀ ਵਿੱਚ ਪਾਉਣ ਦੀ ਸਮਰੱਥ ਹੈ, ਪਰ ਸਿੱਖ ਹੀ ਨਿੱਕੀ ਦੀ ਝੋਲੀ ਅੱਡ ਕੇ ਖੜਾ ਹੋਵੇ, ਉੱਥੇ ਵੱਡੀ ਦਾਤ ਕਿਵੇਂ ਪੈ ਸਕਦੀ ਹੈ। ਮਹਾਰਾਜ ਹਜੂਰ ਕਹਿੰਦੇ ਹੈ ਜੀਵਾ, ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਪੂਰੇ ਦੀ ਪ੍ਰਵਾਨਗੀ ਹੁੰਦੀ ਹੈ, ਸਭ ਕੁਝ ਪ੍ਰਮਾਤਮਾ ਦੇ ਘਰ ਵਿੱਚ ਪੂਰਾ ਹੈ। ਸੋ ਭੇਟਿਆ ਨਿਰਭੈ ਧਨੀ, ਐਸੇ ਪ੍ਰਮਾਤਮਾ ਜੋ ਭੈ ਤੋਂ ਰਹਿਤ ਹੈ, ਧਨੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਪ੍ਰਮਾਤਮਾ ਨੂੰ ਭੇਟਿਆ ਮਿਲ ਜਾਣਾ ਕੀਤਾ। ਕਿਵੇਂ? ਜਦੋਂ ਸਤਿਪੁਰਸ਼ਾਂ ਦੀ ਸੰਗਤ ਦੀ ਪ੍ਰਾਪਤੀ ਹੋਈ ਹੈ, ਪ੍ਰਮਾਤਮਾ ਨੇ ਮਿਹਰ ਕੀਤੀ ਹੈ, ਸੰਤ ਪ੍ਰਸਾਦ ਭਲੀ ਬਣੀ, ਭਲੀ ਪ੍ਰਕਾਰ ਪਰਮੇਸ਼ਰ ਦੇ ਨਾਮ ਦੇ ਨਾਲ ਬੰਦਗੀ ਦੇ ਨਾਲ ਪਿਆਰ ਬਣ ਗਿਆ ਤੇ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਨਿਰਭੈ ਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਜੀਵਨ ਦੇ ਅੰਦਰ ਬੰਦਗੀ ਕਰਨੇ ਕਰਕੇ ਅਧੂਰਾਪਣ ਜੀਵ ਦਾ ਮਿਟ ਗਿਆ, ਫਿਰ ਪੂਰੇ ਪ੍ਰਮਾਤਮਾ ਨੂੰ ਪਾ ਲਿਆ। ਐਸੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਨਾਮ ਦ੍ਰਿੜਾਇਆ ਸਾਧ ਕਿਰਪਾਲ। ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਹਿਰਦੇ ਅੰਦਰ ਨਾਮ ਦ੍ਰਿੜ ਕਰ ਦਿੱਤਾ, ਪਰਪੱਕ ਕਰ ਦਿੱਤਾ। ਵਾਹਿਗੁਰੂ ਦਾ ਹਿਰਦੇ ਅੰਦਰ ਨਾਮ ਵਸ ਗਿਆ ਹੈ। ਸਾਧ ਕਿਰਪਾਲ, ਸਾਧੂ ਜਨਾਂ ਦੀ ਭਲੇ ਪੁਰਸ਼ਾਂ ਦੀ ਕਿਰਪਾਲਤਾ ਹੋਣੇ ਕਰਕੇ, ਭਲੇ ਪੁਰਸ਼ਾਂ ਦੀ ਬਖਸ਼ਿਸ਼ ਹੋਣ ਨਾਲ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਮਹਾਰਾਜ ਜੀ ਨੇ ਜੋ ਵਚਨ ਉਚਾਰਨ ਕੀਤੇ ਹਨ, ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਇਹ ਸਾਰੀ ਜਿਹੜੀ ਵਡਿਆਈ ਨਾ ਇਸ ਪਾਵਨ ਸਾਰੀ ਸਮੁੱਚੀ ਸਾਰੀ ਅਸ਼ਟਪਦੀ ਦੇ ਅੰਦਰ ਮਹਾਰਾਜ ਜੀ ਨੇ ਸਾਧੂ ਜਨਾਂ ਦੀ ਵਡਿਆਈ ਕਥਨ ਕੀਤੀ ਹੈ ਕਿ ਮਨੁੱਖ ਨੂੰ ਜੀਵਨ ਦੇ ਅੰਦਰ ਸਾਧ ਜਨਾਂ ਦੀ ਭਲੇ ਪੁਰਸ਼ਾਂ ਦੀ ਜੋ ਸੱਚੇ ਸਾਧੂ ਜਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਤੇ ਮਨੁੱਖ ਦਾ ਮਨ ਵੀ ਮੁਖ ਵੀ ਜਿਹੜਾ ਹੈ ਉਜਲ ਹੋ ਜਾਂਦਾ ਹੈ। ਫਿਰ ਪਾਪ ਕਰਮਾਂ ਦੀ ਮੈਲ ਰਹਿ ਜਾਂਦੀ ਹੈ। ਹਿਰਦੇ ਅਗਿਆਨਤਾ ਦਾ ਅੰਧਤਾ ਹੀ ਮਿਟ ਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ, ਕਿਉਂਕਿ ਪਾਪ ਕਰਮਾਂ ਤੋਂ ਜਦੋਂ ਰਹਿਤ ਹੋ ਜਾਂਦਾ ਹੈ, ਹਿਰਦੇ ਦੀ ਨਿਰਮਲਤਾ ਹੀ ਬਣ ਜਾਂਦੀ। ਫਿਰ ਪ੍ਰਮਾਤਮਾ ਦਾ ਨਿਰਮਲ ਉਜਲ ਨਾਮ ਹਿਰਦੇ ਵਿੱਚ ਆ ਕੇ ਨਿਵਾਸ ਕਰ ਲੈਂਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਫਰਮਾਉਂਦੇ, ਨਾਮ ਦ੍ਰਿੜਾਇਆ ਸਾਧ ਕਿਰਪਾਲ। ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਭਲੇ ਪੁਰਸ਼ਾਂ ਦੀ ਸੰਗਤ ਬਖਸ਼ਿਸ਼ ਕਰ ਦਿੱਤੀ ਹੈ।
ਸਾਧੂ ਜਨਾਂ ਦੀ, ਸਤਿਪੁਰਸ਼ਾਂ ਦੀ ਕਿਰਪਾਲਤਾ ਹੋਣੇ ਕਰਕੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ ਹੈ। ਮਿਟ ਗਈ ਭੂਖ ਮਹਾ ਬਿਕਰਾਲ। ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸਣੇ ਕਰਕੇ ਸੰਸਾਰ ਦੇ ਜਿੰਨੇ ਵੀ ਪਦਾਰਥਾਂ ਦੀ ਤ੍ਰਿਸ਼ਨਾ ਦੀ ਭੁੱਖ ਸੀ ਸਭ ਮਿਟ ਜਾਣਾ ਕੀਤੀ ਹੈ। ਬਿਕਰਾਲ ਜਿਹੜੀ ਮਹਾਨ ਬੜੀ ਭਿਆਨਕ ਸੀ, ਬੜੀ ਭਿਆਨਕ ਭੁੱਖ ਸੀ ਸੰਸਾਰ ਦੇ ਵਿਸ਼ੇ ਸੁਖਾਂ ਦੀ, ਮਾਇਆ ਦੇ ਸੁਖਾਂ ਦੀ, ਜਿਨ੍ਹਾਂ ਕਰਕੇ ਜੀਵ ਬਾਰ-ਬਾਰ ਦੁਖੀ ਹੋਇਆ ਰਹਿੰਦਾ ਸੀ, ਸੰਸਾਰ ਦੀ ਭਟਕਣਾ ਵਿੱਚ ਹੀ ਪਿਆ ਰਹਿੰਦਾ ਸੀ। ਮਨ ਕਰਕੇ ਕਦੇ ਵੀ ਇਕਾਗਰਤਾ ਨਹੀਂ ਸੀ ਬਣਦੀ। ਹਿਰਦੇ ਅੰਦਰ ਸਬਰ ਸੰਤੋਖ ਨਾ ਹੋਣੇ ਕਰਕੇ ਮਨ ਹਰ ਸਮੇਂ ਧਾਵਾ ਧਾਈ ਵਿੱਚ ਪਿਆ ਰਹਿੰਦਾ ਸੀ, ਜਗਤ ਦੀ ਭੱਜ ਦੌੜ ਦੇ ਵਿੱਚ ਲੱਗਾ ਰਹਿੰਦਾ ਸੀ। ਮਨ ਕਦੇ ਵੀ ਇਕਾਗਰ ਨਹੀਂ ਸੀ ਹੁੰਦਾ, ਕਿਉਂਕਿ ਜਦੋਂ ਤੱਕ ਸਬਰ ਸੰਤੋਖ ਨਹੀਂ ਜੀਵਨ ਵਿੱਚ ਪ੍ਰਾਪਤ ਹੁੰਦਾ, ਮਨ ਕਦੇ ਇਕਾਗਰ ਹੋ ਹੀ ਨਹੀਂ ਸਕਦਾ। ਮਹਾਰਾਜ ਜੀ ਦੇ ਬਚਨ ਹਨ, ਮਹਾ ਸੰਤੋਖ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਪੂਰੀ ਤਰ੍ਹਾਂ ਧਿਆਨ ਵੀ ਤਾਂ ਜੁੜਦਾ ਵਾਹਿਗੁਰੂ ਦੇ ਚਰਨਾਂ ਨਾਲ ਜੇ ਹਿਰਦੇ ਅੰਦਰ ਮਹਾਨ ਸਬਰ ਸੰਤੋਖ ਦੀ ਪ੍ਰਾਪਤੀ ਹੋ ਜਾਵੇ। ਪਰ ਹਜੂਰ ਕਹਿੰਦੇ ਐਸੀ ਦਾਤ ਪਰਮਾਤਮਾ ਦੀ ਮਿਹਰ ਕਰਕੇ ਪ੍ਰਾਪਤ ਹੁੰਦੀ ਹੈ। ਨਾਮ ਦ੍ਰਿੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾ ਬਿਕਰਾਲ। ਜਿਹੜੀ ਬੜੀ ਭਿਆਨਕ ਸੰਸਾਰ ਦੇ ਵਿਸ਼ੇ ਸੁਖਾਂ ਦੀ ਭੁੱਖ ਬਣੀ ਸੀ ਨਾ ਮਨ ਦੇ ਅੰਦਰ, ਰੰਗਾਂ ਰੰਗਾਂ ਦੀ ਦੁਨੀਆ ਦੇਖਣ ਦੀ, ਜ਼ੁਬਾਨ ਦੇ ਪਦਾਰਥਾਂ ਦੀ ਛਕਣੇ ਦੀ, ਜ਼ੁਬਾਨ ਦੇ ਬੱਲਾਂ ਮਰਨੇ ਦੀ, ਫਿਰ ਮਹਾਰਾਜ ਕਹਿੰਦੇ ਕੰਨਾਂ ਦੇ ਨਾਲ ਸੁਣਨੇ ਦੀ, ਵਿਸ਼ੇ ਸੁਖਾਂ ਦੀ ਭੁੱਖ ਬਣੀ ਰਹਿੰਦੀ ਸੀ। ਉਹ ਮਹਾਨ ਜਿਹੜੀ ਭਿਆਨਕ ਸੰਸਾਰ ਦੇ ਪਦਾਰਥਾਂ ਦੀ ਮਾਇਕੀ ਸੁਖਾਂ ਦੀ ਭੁੱਖ ਹੈ, ਪਰਮਾਤਮਾ ਨੇ ਮਿਹਰ ਕੀਤੀ, ਸਾਰੀ ਮਿਟ ਗਈ ਹੈ। ਹਿਰਦੇ ਅੰਦਰ ਨਾਮ ਦੀ ਦਾਤ ਪ੍ਰਾਪਤ ਹੋਣੇ ਕਰਕੇ ਸਭ ਸੰਸਾਰ ਦੀਆਂ ਭੁੱਖਾਂ ਮਿਟ ਗਈਆਂ ਹਨ। ਠਾਕੁਰ ਆਪਣਾ ਕੀਨੀ ਦਾਤ। ਪੂਰੇ ਮਾਲਕ ਪਰਮਾਤਮਾ ਨੇ ਆਪਣੇ ਬਣਾ ਕੇ ਸਾਡੇ ਤੇ ਐਸੀ ਕਿਰਪਾ ਕੀਤੀ ਹੈ, ਸਾਡੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਪਰਮਾਤਮਾ ਨੇ ਐਸਾ ਸੀਤਲ ਪਰਮੇਸ਼ਰ ਵਾਹਿਗੁਰੂ ਨੇ ਆਪਣਾ ਨਾਮ ਬਖਸ਼ਿਆ ਹੈ। ਜਲਨ ਬੁਝੀ ਮਨ ਹੋਈ ਸਾਤ। ਜਿਹੜੀ ਸੰਸਾਰ ਦੇ ਪਦਾਰਥਾਂ ਦੀ ਭੁੱਖ ਰੂਪੀ ਤ੍ਰਿਸ਼ਨਾ ਦੀ ਜਿਹੜੀ ਅੱਗ ਬਲ ਰਹੀ ਸੀ ਨਾ, ਉਹ ਜਲਨ ਤਾਂ ਬੁਝ ਗਈ ਹੈ, ਮਨ ਸ਼ਾਂਤ ਹੋ ਗਿਆ। ਹਰ ਸਮੇਂ ਜਿਹੜਾ ਮਨੁੱਖ ਕ੍ਰੋਧ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ, ਉਹ ਮਨ ਕਰਕੇ ਕਦੇ ਸ਼ਾਂਤ ਨਹੀਂ ਹੋ ਸਕਦਾ। ਤ੍ਰਿਸ਼ਨਾ ਦੀ ਅੱਗ ਦੇ ਉੱਪਰ ਵੀ ਮਨ ਤਪਦਾ ਹੋਇਆ ਕਦੇ ਸ਼ਾਂਤ ਨਹੀਂ ਹੁੰਦਾ। ਵਿਕਾਰਾਂ ਦੀ ਭੱਠੀ ਵਿੱਚ ਅੱਗ ਦੇ ਵਿੱਚ ਭੁੱਜਦਾ ਹੋਇਆ ਸੜਦਾ ਹੋਇਆ ਮਨ ਵੀ ਕਦੇ ਸ਼ਾਂਤ ਨਹੀਂ ਹੋ ਸਕਦਾ, ਜਦੋਂ ਤੱਕ ਸਤਿਗੁਰੂ ਜੀ ਤੋਂ ਨਾਮ ਰੂਪੀ ਜਲ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਤਨ ਕਰਕੇ ਭਾਵੇਂ ਮਨੁੱਖ ਬਹੁਤੇ ਯਤਨ ਕਰਕੇ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਠੰਡੇ ਇਲਾਕਿਆਂ ਵਿੱਚ ਜਾ ਸਕਦਾ ਹੈ, ਬਰਫੀਲੇ ਪਹਾੜਾਂ ਵਿੱਚ ਆਪਣਾ ਨਿਵਾਸ ਕਰ ਸਕਦਾ ਹੈ, ਚੰਦਨ ਦਾ ਲੇਪਨ ਕਰ ਸਕਦਾ ਹੈ, ਚੰਦਰਮਾ ਦੀਆਂ ਸਾਧ ਸੰਗਤ ਜੀ ਕਿਰਨਾਂ ਦੇ ਵਿੱਚ ਵੀ ਸ਼ਾਂਤੀ ਮੰਨੀ ਜਾਂਦੀ, ਠੰਡਕ ਮੰਨੀ ਜਾਂਦੀ ਹੈ। ਪਰ ਮਹਾਰਾਜ ਹਜੂਰ ਕਹਿੰਦੇ ਇਹ ਸਾਰੇ ਜਿੰਨੇ ਵੀ ਹੈ ਇਹ ਵਸੀਲੇ ਕੇਵਲ ਤਨ ਕਰਕੇ ਹੈ। ਤਨ ਨੂੰ ਸ਼ਾਂਤ ਕਰ ਸਕਦੇ ਹੈ, ਤਨ ਨੂੰ ਠੰਡਕ ਦੇ ਸਕਦੇ ਹੈ। ਮਨ ਜਿਹੜਾ ਠੰਡਾ ਹੋਣਾ ਹੈ, ਮਨ ਸ਼ਾਂਤ ਹੋਣਾ ਹੈ, ਉਹ ਪ੍ਰਮਾਤਮਾ ਦੇ ਨਾਮ ਰੂਪ ਜਲ ਕਰਕੇ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਮਨ ਕਦੇ ਸ਼ੀਤਲ ਨਹੀਂ ਹੁੰਦਾ। ਸਤਿਗੁਰੂ ਜੀ ਦਾ ਬਚਨ ਹੈ ਕਿ ਇਹ ਜੀਵ ਭਾਵੇਂ ਜਿੰਨੇ ਮਰਜ਼ੀ ਤੂੰ ਯਤਨ ਕਰ ਕਰਕੇ ਦੇਖ ਲੈ, ਪਰ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਰਮੇਸ਼ਰ ਦੇ ਨਾਮ ਦੀ ਵਿੱਚ ਐਸੀ ਸ਼ੀਤਲਤਾ ਤੇਰੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ। ਇਹ ਜੀਵ ਤੇਰੇ ਹਿਰਦੇ ਨੂੰ ਸ਼ੀਤਲ ਬਣਾਉਣ ਵਾਲਾ ਪਰਮਾਤਮਾ ਦਾ ਨਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਜਲਨ ਬੁਝੀ ਮਨ ਹੋਈ ਸਾਤ। ਜਲਨ ਤਾਂ ਵਿਕਾਰਾਂ ਦੀ ਤ੍ਰਿਸ਼ਨਾ ਦੀ ਅਗਨ ਜਿਹੜੀ ਸੀ ਬੁਝ ਗਈ ਹੈ। ਭਟਕਦਾ ਹੋਇਆ ਤਪਦਾ ਹੋਇਆ ਮਨ ਵੀ ਸ਼ਾਂਤ ਹੋ ਗਿਆ ਹੈ। ਮਿਟ ਗਈ ਭਾਲ ਮਨ ਸਹਿਜ ਸਮਾਨਾ। ਸੰਸਾਰ ਦੇ ਅੰਦਰ ਹਰ ਸਮੇਂ ਪਰਮੇਸ਼ਰ ਦੀ ਭਾਲ ਵਿੱਚ ਲੱਗੇ ਹੋਏ ਸਾਂ, ਪਰ ਮਹਾਰਾਜ ਕਹਿੰਦੇ ਉਹ ਭਾਲ ਵੀ ਮਿਟ ਗਈ ਹੈ। ਲੱਭਣਾ ਬਾਰ-ਬਾਰ ਦਰ-ਦਰ ਤੇ ਭਟਕਣਾ ਉਹ ਵੀ ਮਿਟ ਗਈ ਹੈ। ਅਕਾਲ ਪੁਰਖ ਪਰਮਾਤਮਾ ਸਹਿਜ ਸਮਾਨਾ, ਸਹਿਜ ਸੁਭਾਵਕ ਹੀ ਉਹ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ ਹੈ। ਪਰਮਾਤਮਾ ਦਾ ਨਾਮ ਜਪਣੇ ਕਰਕੇ ਸੰਸਾਰ ਦੇ ਅੰਦਰ ਤਪਦਾ ਹੋਇਆ ਮਨ ਸ਼ਾਂਤ ਹੋ ਗਿਆ ਹੈ।
ਇਸ ਕਰਕੇ ਅਡੋਲ ਹੀ ਪ੍ਰਮਾਤਮਾ ਦੇ ਵਿੱਚ ਸਮਾਉਣਾ ਪ੍ਰਾਪਤ ਹੋ ਗਿਆ ਹੈ। ਨਾਨਕ ਪਾਇਆ ਨਾਮ ਖਜ਼ਾਨਾ। ਜਿਨ੍ਹਾਂ ਨੂੰ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪ ਖਜ਼ਾਨਾ ਪ੍ਰਾਪਤ ਹੋ ਗਿਆ ਹੈ, ਮਹਾਰਾਜ ਕਹਿੰਦੇ ਉਹਨਾਂ ਨੇ ਸੁਭਾਵਕ ਹੀ ਪ੍ਰਮਾਤਮਾ ਦੇ ਵਿੱਚ ਸਮਾ ਜਾਣਾ ਕੀਤਾ ਹੈ। ਨਾਨਕ ਪਾਇਆ ਨਾਮ ਖਜ਼ਾਨਾ, ਜੋ ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਹੈ, ਜਿਸ ਦੇ ਸਮਸਤ ਕੋਈ ਵੀ ਦੁਨੀਆ ਦਾ ਖਜ਼ਾਨਾ ਪੁੱਜ ਨਹੀਂ ਸਕਦਾ। ਵਾਹਿਗੁਰੂ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੋਣੇ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਗੁਰਮੁਖਾਂ ਦਾ ਪ੍ਰਮਾਤਮਾ ਦੇ ਵਿੱਚ ਸਮਾਉਣਾ ਹੋਇਆ ਹੈ। ਆਸਾ ਮਹੱਲਾ ਪੰਜਵਾ। ਠਾਕੁਰ ਸਿਓ ਜਾ ਕੀ ਬਨ ਆਈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਪ੍ਰਮਾਤਮਾ ਦੇ ਨਾਲ ਜਿਨ੍ਹਾਂ ਜੀਵਾਂ ਦੀ ਬਣ ਆਈ ਹੈ, ਕਿਉਂਕਿ ਮਨੁੱਖ ਪਦਾਰਥਾਂ ਦੇ ਨਾਲ ਵੀ ਪਿਆਰ ਪਾ ਕੇ ਰੱਖਦਾ ਹੈ, ਧਨ ਦੇ ਨਾਲ ਵੀ ਪਿਆਰ ਪਾ ਕੇ ਰੱਖਦਾ ਹੈ, ਸੰਸਾਰ ਦੇ ਅੰਦਰ ਮਿੱਤਰਾਂ ਦੇ ਨਾਲ ਵੀ ਹਰ ਸਮੇਂ ਬਣਾ ਕਰਕੇ ਰੱਖਦਾ ਹੈ, ਸਕੇ ਸੰਬੰਧੀਆਂ ਦੇ ਨਾਲ, ਰਿਸ਼ਤੇਦਾਰਾਂ ਪਰਿਵਾਰ ਦੇ ਨਾਲ ਬਣਾ ਕੇ ਰੱਖਦਾ ਹੈ। ਪਰ ਮਹਾਰਾਜ ਹਜੂਰ ਕਹਿੰਦੇ ਪ੍ਰਮਾਤਮਾ ਦੇ ਨਾਲ ਹਿਰਦਿਓਂ ਪ੍ਰੀਤ ਬਣਾਉਣੀ ਇਹ ਬੜੀ ਕਠਿਨ ਹੈ। ਇਸ ਲਈ ਹਜੂਰ ਕਹਿੰਦੇ ਹਨ ਕਿ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਬਣ ਆਈ ਹੈ, ਠਾਕੁਰ ਸਿਓ ਬਣ ਆਈ, ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਬਣ ਗਈ, ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗਾ ਹੈ, ਜਿਨ੍ਹਾਂ ਦੇ ਹਿਰਦੇ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰੀਤ ਲੱਗ ਗਈ ਹੈ। ਭੋਜਨ ਪੂਰਨ ਰਹੇ ਅਗਾਈ। ਐਸਾ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਭੋਜਨ ਪ੍ਰਾਪਤ ਹੋ ਗਿਆ ਹੈ। ਉਹ ਸੰਸਾਰ ਦੇ ਸਭ ਪਦਾਰਥਾਂ ਵੱਲੋਂ, ਹਰ ਪ੍ਰਕਾਰ ਦੇ ਭੋਜਨ ਵੱਲੋਂ ਤ੍ਰਿਪਤ ਹੋ ਗਏ ਹਨ। ਹਰ ਪ੍ਰਕਾਰ ਦਾ ਜਿਹੜਾ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਪਦਾਰਥ ਹਨ, ਤਰ੍ਹਾਂ ਤਰ੍ਹਾਂ ਦੇ ਪਦਾਰਥ ਹਨ, ਇਹਨਾਂ ਵੱਲੋਂ ਮਨ ਉਹਨਾਂ ਦਾ ਤ੍ਰਿਪਤ ਹੋ ਗਿਆ। ਐਸੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਬ੍ਰਹਮ ਗਿਆਨ ਦਾ ਭੋਜਨ ਹਿਰਦੇ ਅੰਦਰ ਬਖਸ਼ਿਸ਼ ਕਰ ਦਿੱਤਾ ਹੈ। ਉਹ ਤਾਂ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਨੂੰ ਹੀ ਹਰ ਸਮੇਂ 36 ਪ੍ਰਕਾਰ ਦਾ ਭੋਜਨ ਮੰਨਦੇ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਪ ਕੇ ਗੁਰਮੁਖ ਜਨ ਕਹਿੰਦੇ ਕਿ ਸਾਨੂੰ 36 ਪ੍ਰਕਾਰ ਦੇ ਭੋਜਨ ਦਾ ਸਵਾਦ ਪ੍ਰਾਪਤ ਹੋ ਗਿਆ ਹੈ। ਕੋਈ ਵੀ ਦੁਨੀਆ ਦਾ ਸਵਾਦ ਦੇਖ ਕਰਕੇ, ਪਦਾਰਥਾਂ ਨੂੰ ਦੇਖ ਕੇ ਮਨ ਲਲਚਾਉਂਦਾ ਨਹੀਂ। ਮਨ ਕਦੇ ਵੀ ਸੰਸਾਰ ਦੇ ਪਦਾਰਥਾਂ, ਵਿਸ਼ੇ ਸੁੱਖਾਂ ਨੂੰ ਦੇਖ ਕਰਕੇ ਲਾਲਚ ਵਿੱਚ ਨਹੀਂ ਆਉਂਦਾ। ਕੇਵਲ ਤਾਂ ਕੇਵਲ ਪਰਮੇਸ਼ਰ ਦਾ ਨਾਮ, ਵਾਹਿਗੁਰੂ ਦੀ ਬੰਦਗੀ, ਪਰਮੇਸ਼ਰ ਦਾ ਸਿਮਰਨ ਭਜਨ ਨੂੰ ਹੀ ਆਪਣਾ ਭੋਜਨ ਬਣਾ ਕਰਕੇ ਰੱਖਦੇ ਹਨ। ਐਸੀ ਗੁਰਮੁਖਾਂ ਦੀ ਜੀਵਨ ਦੇ ਅੰਦਰ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦੇ ਚਰਨਾਂ ਵਿੱਚ ਬਣ ਜਾਂਦਾ ਹੈ, ਉਹ ਗੁਰਮੁਖ ਪਿਆਰੇ ਹਰ ਸਮੇਂ ਪਰਮੇਸ਼ਰ ਦੇ ਨਾਮ ਦਾ ਹੀ ਆਹਾਰ ਕਰਦੇ ਹਨ। ਸਾਧ ਸੰਗਤ ਜੀ, ਹਜੂਰ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦਾ ਭਜਨ ਕੀਤਾ ਹੈ, ਸਾਧ ਸੰਗਤ ਜੀ, ਪਰਮੇਸ਼ਰ ਦਾ ਨਾਮ ਸੁਣਨ ਦੇ ਵਿੱਚ ਹੀ ਉਹਨਾਂ ਨੇ ਸਲੂਣੇ ਪਦਾਰਥ ਸਮਝਣਾ ਕੀਤੇ ਹਨ। ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੋਣੇ, ਖੜ ਤੁਰਸੀ ਮੁਖ ਬੋਲਣਾ, ਨਾਰਦ ਮਾਰਨ ਨਾਦ ਕੀਏ, ਸ਼ੱਦੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ। ਸ੍ਰੀ ਰਾਗ ਵਿੱਚ ਮਹਾਰਾਜ ਜੀ ਦਾ ਬਚਨ ਹੈ। ਹਜੂਰ ਬਖਸ਼ਿਸ਼ ਕਰਦੇ ਹਨ, ਸਭ ਰਸ ਮਿੱਠੇ ਮੰਨੇ ਹੈ। ਜਿਹੜੇ ਮਿੱਠੇ ਪਦਾਰਥ ਹਨ, ਤਰ੍ਹਾਂ ਤਰ੍ਹਾਂ ਦੇ ਜਿੰਨੇ ਵੀ ਮਿੱਠੇ ਪਕਵਾਨ, ਤਰ੍ਹਾਂ ਤਰ੍ਹਾਂ ਦੇ ਹਰ ਪ੍ਰਕਾਰ ਦੇ ਜਿਹੜੇ ਪਦਾਰਥ ਹਨ, ਗੁਰਮੁਖ ਜਨਾਂ ਨੇ ਪਰਮੇਸ਼ਰ ਦਾ ਨਾਮ ਦਾ ਮੰਨਣ ਕਰਨੇ ਕਰਕੇ ਸਭ ਰਸ ਮਿੱਠੇ ਮੰਨੇ ਹੈ। ਪਰਮਾਤਮਾ ਦੇ ਨਾਮ ਦਾ ਮੰਨਣ ਕਰਨੇ ਕਰਕੇ ਜਾਣੋ ਕਿ ਉਹਨਾਂ ਨੇ ਸਾਰੇ ਮਿੱਠੇ ਪਦਾਰਥ, ਮਿੱਠੇ ਪਕਵਾਨ ਛਕ ਲਏ ਹੈ। ਇਹੋ ਮਨ ਵਿੱਚ ਭਾਵਨਾ ਬਣਾ ਕਰਕੇ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਹੈ। ਸਤਿਗੁਰੂ ਜੀ ਦੇ ਉਪਦੇਸ਼ ਦਾ ਮੰਨਣ ਕਰਦੇ ਹਨ ਕਿ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨੇ ਕਰਕੇ ਸਾਨੂੰ ਹਰ ਪ੍ਰਕਾਰ ਦੇ ਮਿੱਠੇ ਪਦਾਰਥ, ਮਿੱਠੇ ਪਕਵਾਨਾਂ ਦਾ ਸਵਾਦ ਆ ਰਿਹਾ ਹੈ। ਸੁਣਿਆ ਸਾ ਲੋਣੇ, ਤੇ ਜਿਹੜੇ ਲੂਣ ਵਾਲੇ ਪਦਾਰਥ ਹਨ, ਮਹਾਰਾਜ ਕਹਿੰਦੇ ਤਰ੍ਹਾਂ ਤਰ੍ਹਾਂ ਦੇ, ਭਾਵੇਂ ਕੋਈ ਜਿੰਨੇ ਮਰਜ਼ੀ ਲੂਣ ਵਾਲੇ ਪਦਾਰਥ ਹੋਣ, ਪਰ ਵਾਹਿਗੁਰੂ ਦਾ ਨਾਮ ਸਰਵਣ ਕਰਨੇ ਕਰਕੇ, ਪਰਮੇਸ਼ਰ ਦਾ ਜਸ ਸੁਣਨ ਦੇ ਨਾਲ ਹੀ ਬੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਨੂੰ ਹਰ ਇੱਕ ਪਦਾਰਥ ਦਾ ਸਵਾਦ ਪ੍ਰਾਪਤ ਹੋ ਜਾਂਦਾ ਹੈ। ਕਿ ਵਾਹਿਗੁਰੂ ਦੇ ਨਾਮ ਦੇ ਸੁਣਨ ਤੋਂ ਬਿਨਾਂ ਕਿ ਜਿਹੜੇ ਜਿੰਨੇ ਵੀ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਹਨ,
ਉਹ ਕੋਈ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਸੁਣਨ ਦੇ ਵਿੱਚ ਇਹਨਾਂ ਤੱਕ ਪਹੁੰਚ ਨਹੀਂ ਸਕਦੇ। ਇਹਨਾਂ ਸਵਾਦ ਪਰਮੇਸ਼ਰ ਦਾ ਜਲ ਸਰਵਣ ਕਰਨ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਔਰ ਹਜੂਰ ਕਹਿੰਦੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਖੜ ਤੁਰਸੀ ਮੁਖ ਬੋਲਣਾ, ਜਿਹੜੇ ਸੰਸਾਰ ਦੇ ਖੱਟੇ ਪਦਾਰਥ ਹੈ ਨਾ, ਜਿਵੇਂ ਕੋਈ ਖਟਿਆਈ ਵਾਲੇ ਪਦਾਰਥ ਵੀ ਹੁੰਦੇ, ਕਿਉਂਕਿ ਛੇ ਰਸ ਹੈ ਤੇ ਫਿਰ ਉਹਨਾਂ ਦੇ ਅੱਗੇ ਅੱਗੇ ਕਈ ਪ੍ਰਕਾਰ 36 ਪ੍ਰਕਾਰ ਦੇ ਭੋਜਨ ਬਣ ਜਾਂਦੇ। 6 ਰਸਾਂ ਦੇ ਪਦਾਰਥ ਅੱਗੇ ਉਹਨਾਂ ਦੇ 36 ਪ੍ਰਕਾਰ ਬਣ ਜਾਂਦੇ ਹੈ। ਤੇ ਜਿਹੜੇ ਖੱਟੇ ਪਦਾਰਥ ਹੈ ਮਹਾਰਾਜ ਹਜੂਰ ਕਹਿੰਦੇ ਹਨ ਰਸਨਾ ਤੋਂ ਜਿਹੜਾ ਬੋਲ ਕੇ ਵਾਹਿਗੁਰੂ ਦਾ ਜਸ ਗਾਉਣਾ, ਪਰਮੇਸ਼ਰ ਦਾ ਨਾਮ ਜਪਣਾ, ਇਹ ਖੱਟੇ ਪਦਾਰਥਾਂ ਦੀ ਤਰ੍ਹਾਂ ਹੈ। ਮਾਰਨ ਨਾਦ ਕੀਏ, ਤੇ ਮਾਰਨ ਕਹਿੰਦੇ ਨੇ ਮਸਾਲੇ ਵਾਲੇ ਪਦਾਰਥ ਜਿਹੜੇ ਤਿਆਰ ਕਰਨੇ, ਤਰ੍ਹਾਂ ਤਰ੍ਹਾਂ ਦੇ ਮਸਾਲੇ ਪਾ ਪਾ ਕਰਕੇ ਤੜਕੇ ਲਾ ਲਾ ਕਰਕੇ ਪਦਾਰਥਾਂ ਨੂੰ ਤਿਆਰ ਕਰਨਾ, ਬੜੇ ਸਵਾਦਾਂ ਦੇ ਨਾਲ ਛਕਣਾ। ਤੇ ਗੁਰਮੁਖਾਂ ਦਾ ਨਾਮ ਜਪਣ ਵਾਲਿਆਂ ਦਾ ਐਸਾ ਜੀਵਨ, ਐਸਾ ਸੁਭਾਅ ਬਣ ਜਾਂਦਾ ਹੈ। ਹਜੂਰ ਕਹਿੰਦੇ ਹਨ ਮਾਰਨ ਨਾਦ ਕੀਏ, ਜੋ ਰਾਗਾਂ ਦੇ ਨਾਲ ਮਿਲ ਕਰਕੇ ਨਾਦ ਆਵਾਜ਼ ਨੂੰ ਪ੍ਰਗਟ ਕਰਕੇ ਪਰਮੇਸ਼ਰ ਦਾ ਨਾਮ ਜਪਣਾ, ਜਸ ਗਾਉਣਾ, ਇਹ ਜਾਣੋ ਕਿ ਮਸਾਲੇ ਵਾਲੇ ਪਦਾਰਥਾਂ ਦੀ ਤਰ੍ਹਾਂ ਉਹਨਾਂ ਦੇ ਪਾਸ ਹਨ। ਔਰ ਹਜੂਰ ਕਹਿੰਦੇ ਛੱਤੀ ਹੀ ਅੰਮ੍ਰਿਤ ਭਾਵ ਏਕ ਮਾ, ਜੋ ਜਾ ਕੋ ਨਦਰ ਕਰੇ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ, ਹਿਰਦੇ ਅੰਦਰ ਵਾਹਿਗੁਰੂ ਆਪਣੇ ਚਰਨਾਂ ਦਾ ਪਿਆਰ ਲਾ ਦਿੰਦਾ ਹੈ, ਉਹਨੂੰ ਜਾਣੋ ਕਿ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਸੁਦੇ ਪ੍ਰਾਪਤ ਹੋ ਜਾਂਦਾ ਹੈ। ਕੋਈ ਵੀ ਪਦਾਰਥ ਛਕ ਲੈਣ ਸਾਧ ਸੰਗਤ ਜੀ, ਸਾਰੇ ਪਦਾਰਥਾਂ ਦਾ ਰਸ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਆਪਣੇ ਚਰਨਾਂ ਦਾ ਪਿਆਰ ਲਾ ਦਿੰਦਾ ਹੈ। ਐਸੀ ਮਹਾਨ ਪਰਮੇਸ਼ਰ ਦੇ ਚਰਨਾਂ ਦੇ ਪਿਆਰ ਦੀ ਮਹਾਨਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਾ ਕਉ ਪਰਮੇਸ਼ਰ ਦੇ ਨਾਲ ਜਿਨ੍ਹਾਂ ਦੀ ਬਣ ਗਈ ਹੈ ਨਾ ਭੋਜਨ ਪੂਰਨ ਰਹੇ ਅਗਾਹੀ। ਜਾਣੋ ਕਿ ਉਹ ਸੰਸਾਰ ਦੇ ਪਦਾਰਥਾਂ ਵੱਲੋਂ, ਹਰ ਪ੍ਰਕਾਰ ਦੇ ਭੋਜਨ ਦੇ ਵੱਲੋਂ ਤ੍ਰਿਪਤ ਹੋ ਗਏ, ਹਿਰਦਿਓਂ ਹੋ ਕਰਕੇ ਰੱਜ ਗਏ ਹੈ, ਮਨ ਕਰਕੇ ਉਹਨਾਂ ਦੀ ਤ੍ਰਿਪਤੀ ਬਣ ਗਈ ਹੈ, ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਬਣੀ ਹੈ। ਕਛੂ ਨਾ ਥੋਰਾ ਹਰ ਭਗਤਨ ਕੋ, ਪ੍ਰਮਾਤਮਾ ਦੇ ਭਗਤਾਂ ਨੂੰ ਕਿਸੇ ਗੱਲੋਂ ਕੋਈ ਥੋਟ ਨਹੀਂ ਹੈ, ਕੋਈ ਘਾਟ ਨਹੀਂ ਹੈ। ਕੋਈ ਸੰਸਾਰ ਦੇ ਪਦਾਰਥਾਂ ਵੱਲੋਂ, ਧਨ ਵੱਲੋਂ, ਸੰਸਾਰ ਦੇ ਮਾਣ ਵਡਿਆਈ ਵੱਲੋਂ ਕਿਸੇ ਪੱਖੋਂ ਕੋਈ ਘਾਟ ਨਹੀਂ ਹੈ। ਸਾਰੇ ਪਾਸੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਬੇਅੰਤ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਜੋ ਚਾਹੁਣ ਸੰਸਾਰ ਦੇ ਅੰਦਰ ਕਰ ਸਕਦੇ ਹੈ, ਪਰ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਦੇ ਹਨ। ਗਰੀਬ ਨਵਾਜ ਮਹਾਰਾਜ ਕਹਿੰਦੇ ਹਨ ਕਛੂ ਨਾ ਥੋਰਾ ਹਰ ਭਗਤਨ ਕਉ, ਕਿਸੇ ਗੱਲੋਂ ਵਿੱਚ ਕੋਈ ਘਾਟ ਨਹੀਂ ਹੁੰਦੀ, ਪਰ ਫਿਰ ਵੀ ਘਾਟੇ ਵਾਲਿਆਂ ਦੇ ਵਾਂਗ ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰ ਰਹੇ ਹੁੰਦੇ ਹੈ। ਇੱਕ ਸਾਧ ਸੰਗਤ ਜੀ ਸਾਧਨ ਹੈ ਅਜਰ ਸ਼ਕਤੀ ਨੂੰ ਜਰ ਕੇ ਰੱਖਣ ਦਾ। ਬਹੁਤੇ ਤਨਾੜ ਹੋਣ ਦੇ ਬਾਵਜੂਦ ਵੀ ਕੰਗਾਲਾਂ ਦੀ ਤਰ੍ਹਾਂ ਜੀਵਨ ਨਿਰਵਾਹ ਕਰਨਾ, ਬਹੁਤਾ ਬਲ ਹੋਣ ਦੇ ਬਾਵਜੂਦ ਵੀ ਨਿਰਬਲ ਹੋ ਕੇ ਜ਼ਿੰਦਗੀ ਬਤੀਤ ਕਰਨੀ, ਬਹੁਤਾ ਮਾਣ ਹੋਣ ਦੇ ਬਾਵਜੂਦ ਵੀ ਨਿਮਾਣੇ ਨਿਤਾਣੇ ਹੋ ਕਰਕੇ ਜੀਵਨ ਬਸਰ ਕਰਨਾ, ਇਹ ਮਹਾਰਾਜ ਕਹਿੰਦੇ ਬਹੁਤ ਵੱਡੇ ਸਾਧਨ ਹਨ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣ ਦੇ। ਨਹੀਂ ਤਾਂ ਸੰਸਾਰ ਦੇ ਲੋਕ ਬਹੁਤਾ ਮਾਣ, ਬਹੁਤੀ ਉਸਤਤ ਕਰਦੇ ਰਹਿੰਦੇ ਆ, ਜਿਸ ਕਰਕੇ ਕਹਿੰਦੇ ਕਿ ਸਾਡਾ ਮਨ ਕਿਤੇ ਪ੍ਰਮਾਤਮਾ ਦੇ ਵੱਲੋਂ ਟੁੱਟ ਕੇ ਸੰਸਾਰ ਦੀਆਂ ਵਡਿਆਈਆਂ ਵਿੱਚ ਹੀ ਨਾ ਕਿਤੇ ਲੱਗਾ ਰਹਿ ਜਾਵੇ। ਇਹ ਮਨ ਵਿੱਚ ਭਾਵਨਾ ਬਣਾ ਕੇ ਨਿਮਾਣੇ ਨਿਤਾਣੇ ਹੋ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਕਛੂ ਨਾ ਥੋਰਾ ਹਰ ਭਗਤਨ ਕਉ, ਪਰਮਾਤਮਾ ਕਿਸੇ ਪੱਖੋਂ ਵੀ ਕੋਈ ਤੋੜ ਨਹੀਂ ਰਹਿਣ ਦਿੰਦਾ, ਪਰਮਾਤਮਾ ਕਿਸੇ ਗੱਲੋਂ ਕੋਈ ਘਾਟ ਨਹੀਂ ਰਹਿਣ ਦਿੰਦਾ, ਹਰ ਪੱਖੋਂ ਵਾਹਿਗੁਰੂ ਸਭ ਦਾਤਾਂ ਬਖਸ਼ਿਸ਼ ਕਰ ਦਿੰਦਾ ਹੈ। ਖਾਤ ਖਰਚਤ ਬਿਲਛਤ ਦੇਵਨ ਕੋ, ਕਿਉਂਕਿ ਇੰਨੀਆਂ ਪਰਮਾਤਮਾ ਨੇ ਦਾਤਾਂ ਬਖਸ਼ਿਸ਼ ਕੀਤੀਆਂ, ਕਿਸੇ ਗੱਲੋਂ ਕੋਈ ਘਾਟ ਨਹੀਂ। ਖਾਤ ਖਰਚਤ, ਜੋ ਆਪ ਖਾਂਦੇ ਹਨ ਹੋਰਨਾਂ ਦੇ ਖਰਚਦੇ, ਹੋਰਨਾਂ ਨੂੰ ਦਾਤਾਂ ਵੰਡਦੇ ਆ। ਫਿਰ ਬਿਰਸ਼ਤ ਵਿਸ਼ੇਸ਼ ਕਰਕੇ ਜਿਨ੍ਹਾਂ ਦੇ ਜਿਹੜੇ ਕੋਈ ਜ਼ਿਆਦਾ, ਜਿਨ੍ਹਾਂ ਦੇ ਹਿਰਦਿਓਂ ਪਿਆਰ ਹੁੰਦਾ, ਉਹਨਾਂ ਨੂੰ ਵੀ ਦਾਤਾਂ ਬਖਸ਼ੀ ਜਾਂਦੇ ਆ। ਮਹਾਰਾਜ ਕਹਿੰਦੇ ਇੰਨੇ ਪ੍ਰਮਾਤਮਾ ਨੇ ਭਗਤੀ ਦੇ ਖਜ਼ਾਨੇ, ਇੰਨੇ ਦਾਤਾਂ ਦੇ ਖਜ਼ਾਨੇ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਬਖਸ਼ਿਸ਼ ਕੀਤੇ ਹੈ। ਜਿੰਨੇ ਮਰਜ਼ੀ ਆਪ ਵਰਤੇ ਜਾਣ, ਜਿੰਨਾ ਮਰਜ਼ੀ ਖਜ਼ਾਨੇ ਵਰਤਾਏ ਜਾਣ, ਕਦੇ ਮੁੱਕਦੇ ਨਹੀਂ ਹਨ।
ਕਦੇ ਮੁੱਕਣ ਵਿੱਚ ਆਉਂਦੇ ਨਹੀਂ, ਨਾ ਕਦੇ ਉਹਨਾਂ ਵਿੱਚ ਤੋਟ ਆਉਂਦੀ ਹੈ, ਘਟਦੇ ਵੀ ਨਹੀਂ ਹੈ ਤੇ ਨਾ ਹੀ ਕਦੇ ਮੁੱਕਦੇ ਹਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜਾ ਕਾ ਧਨੀ ਅਗੰਮ ਗੁਸਾਈ। ਜਾ ਕਾ ਧਨੀ ਅਗਮ ਗੁਸਾਈ। ਅਗੰਮ ਪਾਠ ਨਹੀਂ ਕਰਨਾ, ਜੇ ਟਿੱਪੀ ਦੇ ਨਾਲ ਹੋਵੇ ਫਿਰ ਅਗੰਮ ਪਾਠ ਬਣਦਾ ਹੈ। ਜਾ ਕਾ ਧਨੀ ਅਗਮ ਗੁਸਾਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਦਾ ਮਾਲਕ ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਬਣ ਜਾਂਦਾ ਹੈ। ਜਾ ਕਾ ਧਨੀ ਅਗਮ ਗੁਸਾਈ। ਸਾਰੀ ਸ੍ਰਿਸ਼ਟੀ ਦਾ ਮਾਲਕ, ਗੋ ਪ੍ਰਿਥਵੀ ਦੀ ਸਾਈ ਪਰਵਰਿਸ਼ ਕਰਨ ਵਾਲਾ, ਇੰਦਰੀਆਂ ਨੂੰ ਚਲਾਉਣ ਵਾਲਾ, ਪ੍ਰਕਾਸ਼ ਦੇਣ ਵਾਲਾ, ਐਸਾ ਪਰਮਾਤਮ ਜਿਨ੍ਹਾਂ ਦਾ ਮਾਲਕ ਬਣ ਜਾਂਦਾ ਹੈ। ਜੋ ਦਾਸ ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਮਾਲਕ ਦੇ ਦਾਸ ਬਣ ਜਾਂਦੇ ਹੈ, ਤੇ ਜਿਨ੍ਹਾਂ ਦਾਸਾਂ ਦਾ, ਜਿਨ੍ਹਾਂ ਪਿਆਰੇ ਜਨਾਂ ਦਾ ਵਾਹਿਗੁਰੂ ਮਾਲਕ ਬਣ ਜਾਂਦਾ ਹੈ। ਮਾਨੁਖ ਕੀ ਕਹੋ ਕੇਤ ਚਲਾਈ। ਹਜੂਰ ਕਹਿੰਦੇ, ਮਨੁੱਖ ਉਹਨਾਂ ਦੇ ਉੱਪਰ ਆਪਣੇ ਕੀ ਚਲਾ ਸਕਦੇ ਹੈ, ਆਪਣਾ ਕੀ ਪ੍ਰਭਾਵ ਪਾ ਸਕਦੇ ਹਨ, ਉਹਨਾਂ ਦਾ ਜ਼ੋਰ ਕੀ ਚੱਲ ਸਕਦਾ ਹੈ, ਜਿਨ੍ਹਾਂ ਦਾ ਮਾਲਕ ਪਰਮਾਤਮਾ ਬਣ ਜਾਂਦਾ ਹੈ। ਜਿਨ੍ਹਾਂ ਦਾ ਪੱਖ ਪਰਮੇਸ਼ਰ ਕਰਦਾ ਹੈ, ਉਹ ਸਦਾ ਹੀ ਅਡੋਲ ਹੋ ਕੇ ਜੀਵਨ ਨਿਰਵਾਹ ਕਰਦੇ ਹੈ। ਜਿਨ੍ਹਾਂ ਦੇ ਗਰੀਬ ਨਵਾਜ਼ ਸਤਿਗੁਰੂ ਜੀ ਆਪ ਮਿਹਰ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਹੈ, ਸੰਸਾਰ ਦੇ ਲੋਕ ਭਲਾ ਉਹਨਾਂ ਦਾ ਕੀ ਵਿਗਾੜ ਸਕਦੇ ਹਨ। ਮਹਾਰਾਜ ਹਜੂਰ ਕਹਿੰਦੇ, ਐਸੀ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਨੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ, ਤੇ ਪ੍ਰਿਥੀ ਚੰਦ ਜੀ ਨੇ ਕਿਹੜਾ ਕਿਹੜਾ ਯਤਨ ਨਹੀਂ ਕੀਤਾ। ਹਰ ਯਤਨ ਕਰ ਕਰਕੇ ਦੇਖ ਲਿਆ, ਪਰ ਜਿੰਨੇ ਵੀ ਯਤਨ ਕੀਤੇ ਹੈ ਕਿ ਇਹ ਗੁਰਿਆਈ ਦੀ ਦਾਤ ਮੈਨੂੰ ਮਿਲਣੀ ਚਾਹੀਦੀ ਸੀ, ਹਰ ਯਤਨ ਦੇ ਵਿੱਚ ਨਾਕਾਮਯਾਬ ਰਹਿਣਾ ਕੀਤਾ ਹੈ। ਹਰ ਇੱਕ ਯਤਨ ਦੇ ਵਿੱਚ ਅਸਫਲਤਾ ਹੀ ਪ੍ਰਾਪਤ ਹੋਈ, ਕਿਸੇ ਪੱਖੋਂ ਵੀ ਕਿਤੇ ਸਫਲ ਨਹੀਂ ਹੋਣਾ ਕੀਤਾ। ਭਾਵੇਂ ਰਾਜੇ ਦਰਬਾਰੇ ਵੀ ਚਲੇ ਜਾਣਾ ਕੀਤਾ, ਬਹੁਤੇ ਧਨ ਪਦਾਰਥ ਵੀ ਲਾ ਲਾ ਕਰਕੇ ਦੇਖ ਲਏ, ਬਹੁਤਾ ਧਨ ਵੀ ਸਾਧ ਸੰਗਤ ਜੀ ਲਾ ਲਾ ਕਰਕੇ ਦੇਖ ਲਿਆ, ਵੱਡੀਆਂ ਦੇ ਕਰਕੇ ਦੇਖ ਲਈਆਂ, ਪਰ ਮਹਾਰਾਜ ਸਤਿਗੁਰੂ ਜੀ ਵੱਲ ਜਿਨ੍ਹਾਂ ਦੇ ਹਨ, ਜਿਨ੍ਹਾਂ ਦਾ ਪੱਖ ਮਹਾਰਾਜ ਸਵੈਮ ਜੀ ਆਪ ਕਰਦੇ, ਉਹਨਾਂ ਦੇ ਭਲਾ ਕੌਣ ਭਾਰੂ ਪੈ ਸਕਦਾ ਹੈ, ਉਹਨਾਂ 'ਤੇ ਆਪਣਾ ਕੌਣ ਪ੍ਰਭਾਵ ਜਤਾ ਸਕਦਾ ਹੈ। ਗਰੀਬ ਨਵਾਜ਼ ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਵਡਿਆਈ ਹੈ। ਸੋ ਹਜੂਰ ਨੇ ਉਚਾਰਨ ਕੀਤਾ, ਮਾਨੁਖ ਕੀ ਕਹੋ ਕੇਤ ਚਲਾਈ। ਕੀ ਚੱਲ ਸਕਦੀ ਸੰਸਾਰ ਦੇ ਮਨੁੱਖਾਂ ਦੀ, ਜਗਤ ਦੇ ਮਨੁੱਖਾਂ ਦੀ ਗੱਲ ਤਾਂ ਬਹੁਤ ਇੱਕ ਵੱਖਰੀ ਰਹਿ ਗਈ ਹੈ। ਮਹਾਰਾਜ ਕਹਿੰਦੇ ਕਿ ਧਰਮਰਾਜੇ ਦੇ ਦੂਤ ਜਮ ਵੀ ਆ ਕਰਕੇ ਉਹਨਾਂ ਦੇ ਨੇੜੇ ਨਹੀਂ ਟੁਕਦੇ, ਜਿਨ੍ਹਾਂ ਦਾ ਪੱਖ ਪਰਮੇਸ਼ਰ ਕਰਦਾ ਹੈ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਐਸੀ ਉਹਨਾਂ 'ਤੇ ਬਖਸ਼ਿਸ਼ ਕਰ ਦਿੰਦਾ, ਜਮ ਤੇ ਰਾਖੈ ਦੇ ਕਰ ਹਾਥ। ਮਾਨੁਖ ਕੀ ਕਹੋ ਕੇਤਕ ਬਾਤ, ਜਮ ਤੇ ਰਾਖੈ ਦੇ ਕਰ ਹਾਥ। ਪਰਮਾਤਮਾ ਜਮਾਂ ਤੋਂ ਵੀ ਹੱਥ ਦੇ ਕਰਕੇ ਰੱਖਿਆ ਕਰ ਦਿੰਦਾ। ਜਮਾਂ ਦੀ ਤਰ੍ਹਾਂ ਦੁਖਦਾਇਕ ਵਿਕਾਰਾਂ ਤੋਂ ਵੀ ਵਾਹਿਗੁਰੂ ਬਚਾ ਕਰਕੇ ਰੱਖ ਲੈਂਦਾ। ਤੇ ਫਿਰ ਮਨੁੱਖਾਂ ਦੀ ਗੱਲ ਭਲਾ ਕੀ ਹੋ ਗਈ, ਮਨੁੱਖ ਭਲਾ ਕਿਵੇਂ ਆਪਣਾ ਪ੍ਰਭਾਵ ਪਾ ਸਕਦੇ ਆ, ਕੀ ਵਿਗਾੜ ਸਕਦੇ ਆ। ਸੰਸਾਰ ਦੇ ਲੋਕ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ, ਜਿਨ੍ਹਾਂ ਦਾ ਪੱਖ ਪਰਮੇਸ਼ਰ ਕਰਦਾ ਹੈ। ਜਾ ਕੀ ਸੇਵਾ ਦਾਸ ਅਸ਼ਟ ਸਿਧਾਈ। ਜਿਸ ਪਰਮਾਤਮਾ ਦੀ ਭਗਤੀ ਰੂਪ ਸੇਵਾ ਕਰਨ ਨਾਲ ਜਿਹੜੀਆਂ 10 ਤੇ ਅਸ਼ਟ ਸਾਧ ਸੰਗਤ ਜੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਹਨ, ਇਹ ਸਿਧਾਈ ਸੁਭਾਵਕ ਹੀ ਜੀਵ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਜਿਸ ਪਰਮਾਤਮਾ ਦੀ ਚਰਨਾਂ ਦੀ ਸੇਵਾ ਵਿੱਚ ਇਹ ਕਰਾਮਾਤਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਵਾਲੀਆਂ ਹਨ। ਇਹ ਸੁਭਾਵਕ ਹੀ ਹੈ, ਕਿਉਂਕਿ ਜਿਸ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਹਜੂਰ ਕਹਿੰਦੇ ਰਿੱਧ ਸਿੱਧ ਨਾਵੈ ਕੀ ਦਾਸੀ। ਇਹ ਤਾਂ ਪਰਮੇਸ਼ਰ ਦੇ ਨਾਮ ਦੀਆਂ ਦਾਸੀਆਂ ਹਨ ਕਰਾਮਾਤਾਂ। ਜਿਸ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਮਹਾਰਾਜ ਜੀ ਦੇ ਬਚਨ ਹਨ, ਇਹ ਕਰਾਮਾਤਾਂ ਅੱਗੇ ਪਿੱਛੇ ਉਹਨਾਂ ਦੇ ਤੁਰੀਆਂ ਫਿਰਦੀਆਂ ਕਿ ਸਾਨੂੰ ਧਾਰਨ ਕਰ ਲਓ। ਪਰ ਵਾਹਿਗੁਰੂ ਦੇ ਨਾਮ ਦੇ ਵਿੱਚ ਪਰਮ ਆਨੰਦ ਹੋਣੇ ਕਰਕੇ ਗੁਰਮੁਖ ਜਨ ਇਹਨਾਂ ਨੂੰ ਧਾਰਨ ਨਹੀਂ ਕਰਦੇ ਕਿ ਪਰਮੇਸ਼ਰ ਦਾ ਨਾਮ ਹੀ ਸਾਨੂੰ ਪਿਆਰਾ ਹੈ। ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਰਹੀ ਹੈ।
ਪਰਮੇਸ਼ਰ ਦੇ ਨਾਮ ਕਰਕੇ ਹੀ ਸਾਨੂੰ ਸਭ ਉਸਤਤ, ਮਾਣ, ਵਡਿਆਈਆਂ, ਸਤਿਕਾਰ ਸਭ ਕੁਝ ਪ੍ਰਾਪਤ ਹੁੰਦਾ ਪਿਆ ਹੈ। ਫਿਰ ਇਹਨਾਂ ਸੰਸਾਰ ਦੀਆਂ ਕਰਾਮਾਤਾਂ ਵਿੱਚ ਅਸੀਂ ਆਪਣੇ ਮਨ ਨੂੰ ਕਿਉਂ ਪਰਚਾਵਣਾ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਜਿਸ ਪ੍ਰਮਾਤਮਾ ਦੀ ਸੇਵਾ ਦੇ ਵਿੱਚ ਇਹ ਜਿਹੜੇ ਕਰਾਮਾਤਾਂ ਰਿੱਧੀਆਂ ਸਿੱਧੀਆਂ ਸੁਭਾਵਿਕ ਹੀ ਪ੍ਰਾਪਤ ਹੋ ਜਾਣ ਵਾਲੀਆਂ ਹਨ। ਪਲਕ ਦ੍ਰਿਸ਼ਟ ਤਾਕੀ ਲਾਗਹੁ ਪਾਈ। ਮਹਾਰਾਜ ਕਹਿੰਦੇ ਪਲਕ ਮਾਤਰ ਸਮੇਂ ਵਿੱਚ ਵੀ ਜੇ ਕਿਤੇ ਦੀਦਾਰ ਪ੍ਰਾਪਤ ਹੋ ਜਾਣ ਤੇ ਉਹਨਾਂ ਦੇ ਚਰਨ ਹੀ ਲੱਗਣਾ ਚਾਹੀਦਾ। ਪਲਕ ਮਾਤਰ ਜਿਨ੍ਹਾਂ ਸਤਿਪੁਰਸ਼ਾਂ ਦੀ ਸੇਵਾ ਦੇ ਵਿੱਚ ਵੀ ਸਾਧ ਸੰਗਤ ਜੀ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਚਰਨਾਂ ਦੀ ਸੇਵਾ ਕਰੇ ਤਾਂ ਵੀ ਮਹਾਰਾਜ ਕਹਿੰਦੇ ਇਹ ਦਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਭਾਵਿਕ ਹੀ ਇਸ ਸੰਸਾਰ ਦੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਨਵ ਨਿਧੀ 18 ਸਿੱਧੀ, ਇਹ ਜੋ ਕਰਾਮਾਤਾਂ ਹੈ ਇਹ ਸੁਭਾਵਿਕ ਹੀ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਣ ਵਾਲੀਆਂ। ਪਲਕ ਦ੍ਰਿਸ਼ਟ ਤਾਕੀ ਲਾਗਹੁ ਪਾਈ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ ਉਹਨਾਂ ਦੇ ਚਰਨ ਹੀ ਲੱਗਣਾ ਕਰ। ਜਾ ਕਾ ਦਇਆ ਕਰਹੁ ਮੇਰੇ ਸੁਆਮੀ। हे ਮੇਰੇ ਮਾਲਕ ਪਰਮਾਤਮਾ ਜੀ, ਜਿਨ੍ਹਾਂ ਤੇ ਆਪ ਜੀ ਦਇਆ ਦ੍ਰਿਸ਼ਟੀ ਕਰ ਦਿੰਦੇ ਹੋ। ਮਹਾਰਾਜ ਜਿਨ੍ਹਾਂ ਤੇ ਆਪ ਜੀ ਦਇਆਲੂ ਹੋ ਕੇ ਬਖਸ਼ਿਸ਼ ਕਰਦੇ ਹੋ। ਕਹੋ ਨਾਨਕ ਨਾਹੀ ਤਿਨ ਕਾਮੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਕਮੀ ਨਹੀਂ ਰਹਿ ਜਾਂਦੀ। ਕਿਸੇ ਪੱਖੋਂ ਪਰਮਾਤਮਾ ਕੋਈ ਕਮੀ ਕੋਈ ਘਾਟ ਨਹੀਂ ਰਹਿਣ ਦਿੰਦਾ। ਜਿਨ੍ਹਾਂ ਤੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਜਿਨ੍ਹਾਂ ਤੇ ਪਰਮਾਤਮਾ ਦਇਆਲੂ ਹੋ ਜਾਂਦਾ ਹੈ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਦਇਆਲਤਾ ਹੋ ਜਾਂਦੀ। ਕਿਹੜੀ ਦਾਤ ਹੈ ਜਿਹੜੀ ਉਹਨਾਂ ਨੂੰ ਪ੍ਰਾਪਤ ਹੋਣੇ ਤੋਂ ਪਿੱਛੇ ਰਹਿ ਗਈ ਹੋਵੇ। ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੁ ਝੂਰੀ ਹੈ। ਮਨ ਕਰਕੇ ਕਿਤੇ ਝੂਰਨਾ ਵੀ ਨਹੀਂ ਪੈਂਦਾ ਜੇ ਸਤਿਗੁਰੂ ਜੀ ਦੀ ਦਇਆਲਤਾ ਪ੍ਰਾਪਤ ਹੋ ਜਾਂਦੀ ਹੈ। ਮਨ ਦੀਆਂ ਸਭ ਇੱਛਾਵਾਂ, ਮਨ ਦੀਆਂ ਸਭ ਤਮੰਨਾਵਾਂ ਪੂਰੀਆਂ ਹੋ ਜਾਂਦੀਆਂ ਜੇ ਪੂਰੇ ਸਤਿਗੁਰੂ ਜੀ ਦੀ ਦਇਆਲਤਾ ਪ੍ਰਾਪਤ ਹੋ ਜਾਂਦੀ ਹੈ। ਗਰੀਬ ਨਵਾਜ ਹਜੂਰ ਕਹਿੰਦੇ ਹਨ ਕਹੋ ਨਾਨਕ ਨਾਹੀ ਤਿਨ ਕਾਮੀ। ਕਿਸੇ ਪ੍ਰਕਾਰ ਉਹਨਾਂ ਨੂੰ ਕੋਈ ਕਾਮਨਾ ਸੰਸਾਰ ਦੀ ਉਹਨਾਂ ਦੀ ਅਧੂਰੀ ਨਹੀਂ ਰਹਿਣਾ ਕਰਦੀ। ਪਰਮੇਸ਼ਰ ਸਭ ਕਾਮਨਾਵਾਂ ਪੂਰੀਆਂ ਕਰ ਦਿੰਦਾ ਹੈ। ਵਾਹਿਗੁਰੂ ਸਭ ਉਹਨਾਂ ਦੀ ਮਨ ਦੀਆਂ ਭਾਵਨਾਵਾਂ ਪੂਰੀਆਂ ਕਰ ਦਿੰਦਾ ਹੈ ਜਿਨ੍ਹਾਂ ਤੇ ਵਾਹਿਗੁਰੂ ਦੀ ਦਇਆਲਤਾ ਹੋ ਜਾਂਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਐਸੀ ਮਹਾਨ ਪਰਮ ਵਡਿਆਈ ਹੈ। ਜੀਵਨ ਦੇ ਵਿੱਚ ਭਾਵੇਂ ਨਾਮ ਹੀ ਪਰਮੇਸ਼ਰ ਨੇ ਦਾਤ ਲਿਖੀ ਹੋਵੇ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਹੈ ਜੇ ਸਤਿਗੁਰੂ ਜੀ ਦਇਆਲੂ ਹੋ ਜਾਂਦੇ ਹੈ। ਸਤਿਗੁਰੂ ਜੀ ਦੀ ਦਇਆਲਤਾ ਹੋਣੇ ਕਰਕੇ, ਮਹਾਰਾਜ ਜੀ ਦੀ ਕਿਰਪਾਲਤਾ ਮਿਹਰ ਹੋਣੇ ਕਰਕੇ ਕਰਮਾਂ ਦੇ ਵਿੱਚ ਨਾ ਵੀ ਦਾਤ ਹੋਵੇ ਤਾਂ ਵੀ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦੀ ਹੈ। ਜੋ ਭਾਈ ਆਦਮ ਜੀ ਨੇ ਸਾਧ ਸੰਗਤ ਗੁਰੂ ਚਰਨਾਂ ਦੀ, ਗੁਰੂ ਘਰ ਦੀ ਸੇਵਾ ਕੀਤੀ ਨਾ ਬੜੇ ਪਿਆਰ ਦੇ ਨਾਲ। ਭਾਵੇਂ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਸੀ, ਪਰ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਦਇਆਲਤਾ ਪ੍ਰਾਪਤ ਹੋਣੇ ਕਰਕੇ, ਮਹਾਰਾਜ ਜੀ ਦੀ ਬਖਸ਼ਿਸ਼ ਹੋਣੇ ਕਰਕੇ ਫਿਰ ਵੀ ਪੁੱਤਰ ਦੀ ਦਾਤ ਦਾ ਵਰਦਾਨ ਪ੍ਰਾਪਤ ਹੋ ਗਿਆ ਸੀ। ਭਾਵੇਂ ਕਰਮਾਂ ਵਿੱਚ ਦਾਤ ਨਹੀਂ ਸੀ, ਫਿਰ ਵੀ ਮਹਾਰਾਜ ਸਾਹਿਬ ਜੀ ਨੇ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਦਇਆਲਤਾ ਹੋ ਜਾਂਦੀ ਹੈ ਉਹਨਾਂ ਨੂੰ ਕਿਹੜੀ ਕੋਈ ਕਮੀ ਰਹਿ ਜਾਂਦੀ। ਪਰਮਾਤਮਾ ਕਿਸੇ ਪੱਖੋਂ ਕੋਈ ਘਾਟ ਨਹੀਂ ਰਹਿਣ ਦਿੰਦਾ। ਸਭ ਵਾਹਿਗੁਰੂ ਦਾਤਾਂ ਝੋਲੀ ਪਾ ਦਿੰਦਾ ਹੈ। ਆਸਾ ਮਹੱਲਾ ਪੰਜਵਾ। ਜੋ ਮੈਂ ਆਪਣਾ ਸਤਿਗੁਰ ਧਿਆਇਆ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਜਦੋਂ ਅਸੀਂ ਪੂਰੇ ਸਤਿਗੁਰੂ ਜੀ ਦਾ ਧਿਆਨ ਧਾਰਨ ਕੀਤਾ ਹੈ, ਪੂਰੇ ਸਤਿਗੁਰੂ ਜੀ ਨੂੰ ਧਿਆਇਆ ਹੈ, ਹਿਰਦਿਓਂ ਹੋ ਕੇ ਪੂਰਨ ਸਤਿਗੁਰੂ ਜੀ ਨੂੰ ਯਾਦ ਕੀਤਾ ਹੈ। ਤਬ ਮੇਰਾ ਮਨ ਮਹਾ ਸੁਖ ਪਾਇਆ। ਤਦੋਂ ਮੇਰੇ ਮਨ ਨੇ, ਸਾਡੇ ਮਨ ਨੇ ਮਹਾਨ ਸੁਖ ਦੀ ਪ੍ਰਾਪਤੀ ਕੀਤੀ ਹੈ। ਕਦੋਂ? ਜਦੋਂ ਮਹਾਰਾਜ ਜੀ ਦਾ ਪੂਰੀ ਤਰ੍ਹਾਂ ਚਰਨਾਂ ਦਾ ਧਿਆਨ ਧਾਰਨ ਕੀਤਾ ਹੈ। ਸਾਧ ਸੰਗਤ ਜੀ ਖਿਮਾ ਕਰਨਾ, ਧਿਆਨ ਹੋਰ ਪਾਸੇ ਭਟਕ ਰਿਹਾ ਹੁੰਦਾ ਹੈ, ਦਰ ਦਰ ਤੇ ਠੋਕਰਾਂ ਖਾ ਰਿਹਾ ਹੁੰਦਾ ਹੈ। ਤਨ ਕਰਕੇ ਭਾਵੇਂ ਮਹਾਰਾਜ ਜੀ ਦੇ ਅਸੀਂ ਸਨਮੁਖ ਹੋ ਜਾਂਦੇ ਹਾਂ, ਪਰ ਮਨ ਹੋਰ ਥਾਵਾਂ ਤੇ ਭਟਕ ਰਿਹਾ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ,
ਜਿਨ੍ਹਾਂ ਨੇ ਹਿਰਦੇ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੈ, ਉਹਨਾਂ ਨੇ ਜੀਵਨ ਦੇ ਵਿੱਚ ਮਹਾਨ ਸੁੱਖ ਦੀ ਪ੍ਰਾਪਤੀ ਕੀਤੀ ਹੈ। ਉਹਨਾਂ ਸੁੱਖ ਪ੍ਰਭ ਸਰੂਪ ਪਰਮੇਸ਼ਰ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਿਆ ਹੈ। ਮਿਟ ਗਈ ਗਣਤ ਬਿਨਾਸਿਓ ਸੰਸਾਰ। ਸੰਸਾਰ ਦੀ ਗਿਣਤੀ ਮਿਣਤੀ ਉਹਨਾਂ ਦੀ ਮਿਟ ਗਈ ਹੈ। ਬਿਨਾਸਿਓ ਸੰਸਾਰ, ਤੇ ਹਰ ਪ੍ਰਕਾਰ ਦਾ ਸ਼ੰਕਾ ਵੀ ਪਰਮਾਤਮਾ ਨੇ ਵਿਨਾਸ਼ ਦਿੱਤਾ, ਨਾਸ਼ ਕਰ ਦਿੱਤਾ ਹੈ। ਹਰ ਪ੍ਰਕਾਰ ਦਾ ਸ਼ੰਕਾ, ਪ੍ਰਮਾਣਗਤ ਪਰਮੇਹਗਤ ਆਦਿਕ ਸ਼ੰਕੇ ਵਾਹਿਗੁਰੂ ਨੇ ਮਿਟਾ ਦਿੱਤੇ ਹੈ, ਜਿਨ੍ਹਾਂ ਤੇ ਗਰੀਬ ਨਿਵਾਜ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਗਈ ਹੈ। ਨਾਮ ਰਤੇ ਜਨ ਭਏ ਭਗਵੰਤਾ। ਮਹਾਰਾਜ ਕਹਿੰਦੇ ਜੋ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਗਏ, ਤਦਾਕਾਰ ਹੋ ਗਏ ਨੇ। ਖਾਟ ਭਾਗਾ ਸੰਪੰਨ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਨ੍ਹਾਂ ਦਾ ਚਿੱਤ ਜੁੜ ਗਿਆ ਹੈ, ਜਾਣੋ ਕਿ ਐਸੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋ ਗਈ। ਮਿਟ ਗਈ ਗਣਤ, ਮਿਟਿਓ ਬਿਨਾਸਿਓ ਸੰਸਾਰ। ਹਰ ਪ੍ਰਕਾਰ ਦੇ ਸ਼ੰਕੇ ਪ੍ਰਮਾਤਮਾ ਨੇ ਉਹਨਾਂ ਨੇ ਮਿਟਾ ਦਿੱਤੇ ਹੈ। ਸੰਸਾਰ ਦੇ ਗਿਣਤੀਆਂ ਮਿਣਤੀਆਂ ਕਿ ਮੈਂ ਇੰਨੇ ਸਾਧਨ ਕੀਤੇ ਹੈ, ਮੈਂ ਇੰਨੀ ਜ਼ਿਆਦਾ ਤਪ ਸਾਧਨਾ ਕੀਤੀ ਹੈ, ਇੰਨਾ ਲੰਬੇਰਾ ਸਮਾਂ ਮੈਂ ਇਹ ਕਰਮ ਕਾਂਡ ਕੀਤੇ ਹੈ, ਇੰਨਾ ਸਮਾਂ ਮੈਂ ਇਹ ਸਾਧਨ ਕੀਤੇ ਹਨ, ਇਹ ਸਭ ਪ੍ਰਮਾਤਮਾ ਨੇ ਗਿਣਤੀਆਂ ਮਿਣਤੀਆਂ ਮਿਟਾ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜੋ ਮੈਂ ਆਪਣਾ ਸਾਹਿਬ ਚੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਆਪਣੇ ਮਾਲਕ ਪਰਮੇਸ਼ਰ ਨੂੰ ਯਾਦ ਕੀਤਾ, ਚੀਤ ਚੇਤੇ ਵਿੱਚ ਲਿਆਂਦਾ, ਜਗਿਆਸੂ ਮੁਖ ਦੁਆਰਾ ਮਹਾਰਾਜ ਬਖਸ਼ਿਸ਼ ਕਰਦੇ ਹੈ ਕਿ ਜਦੋਂ ਆਪਣੇ ਸਤਿਗੁਰੂ ਜੀ ਮਾਲਕ ਜੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਚਿੰਤਨ ਕੀਤਾ ਹੈ, ਤਾਂ ਭਾਵ ਮਿਟਿਓ ਮੇਰੇ ਮੀਤਾ। ਇਹ ਮੇਰੇ ਮਿੱਤਰ, ਤਾਂ ਹੀ ਸਾਡੇ ਮਨ ਦਾ ਭਾਵ ਮਿਟਿਆ ਹੈ, ਤਾਂ ਹੀ ਜੰਮਣ ਮਰਨ ਦਾ ਭੈ ਮਨ ਦੇ ਵਿੱਚੋਂ ਮਿਟਿਆ ਹੈ, ਤਾਂ ਹੀ ਸੰਸਾਰ ਦੇ ਅੰਦਰ ਪ੍ਰਤੱਖ ਔਰ ਵਿਕਾਰਾਂ ਰੂਪੀ ਦੁਸ਼ਮਣਾਂ ਦਾ ਭੈ ਮਨ ਦੇ ਵਿੱਚੋਂ ਮਿਟ ਗਿਆ ਹੈ। ਜਦੋਂ ਪੂਰੇ ਸਤਿਗੁਰੂ ਜੀ ਨੂੰ ਆਪਣੇ ਚਿੰਤਨ ਦੇ ਵਿੱਚ ਲਿਆਂਦਾ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ, ਤਾਂ ਹਰ ਪ੍ਰਕਾਰ ਦਾ ਭੈ ਮਨ ਦੇ ਵਿੱਚੋਂ ਮਿਟ ਜਾਣਾ ਕੀਤਾ। ਕਿਉਂਕਿ ਸਾਧ ਸੰਗਤ ਜੀ, ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਮਹਾਨ ਸੂਰਬੀਰ ਯੋਧੇ, ਗੁਰੂ ਕੇ ਖਾਲਸੇ ਸਿੰਘ, ਕਿੰਨੀ ਸੂਰਬੀਰਤਾ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਦੁਸ਼ਮਣਾਂ ਦੇ ਨਾਲ ਜੰਗ ਲੜਦੇ ਰਹੇ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ, ਸਤਿਗੁਰੂ ਜੀ ਦਾ ਹਰ ਸਮੇਂ ਹਿਰਦੇ ਅੰਦਰ ਸਿਮਰਨ ਕਰਨਾ, ਮਹਾਰਾਜ ਜੀ ਦਾ ਹਰ ਸਮੇਂ ਚਿੰਤਨ ਕਰਦੇ ਰਹਿਣਾ, ਰਾਈ ਮਾਤਰ ਵੀ ਮਨ ਦੇ ਵਿੱਚ ਮੌਰ ਦਾ ਖੌਫ ਨਹੀਂ ਸੀ ਪੈਦਾ ਹੁੰਦਾ, ਥੋੜਾ ਜਿੰਨਾ ਵੀ ਮਨ ਦੇ ਵਿੱਚ ਮੌਰ ਦਾ ਭੈ ਨਹੀਂ ਸੀ ਪੈਦਾ ਹੁੰਦਾ, ਕਿਉਂਕਿ ਹਰ ਸਮੇਂ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹੈ। ਨਹੀਂ ਤਾਂ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਮੌਰ ਤੋਂ ਕਹਿੰਦੇ ਹਰ ਕੋਈ ਡਰਕਦਾ ਫਿਰਦਾ ਹੈ। ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਮਤਾ ਕਿਤੇ ਜਮ ਮੈਨੂੰ ਫੜ ਕੇ ਲੈ ਜਾਵੇ। ਜਗ ਮਰਨ ਤੋਂ ਹਰ ਸਮੇਂ ਡਰਦਾ ਰਹਿੰਦਾ ਹੈ। ਪਰ ਜਿਨ੍ਹਾਂ ਤੇ ਮਹਾਰਾਜ ਮਿਹਰ ਕਰ ਦਿੰਦੇ, ਆਪਣੇ ਚਰਨਾਂ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਆਪਣੇ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਜੋੜ ਲੈਂਦੇ ਆ, ਤਾਂ ਪਾਓ ਮਿਟਿਓ ਮੇਰੇ ਮੀਤ। ਮਹਾਰਾਜ ਕਹਿੰਦੇ ਤਾਂ ਉਹਨਾਂ ਦਾ ਹਰ ਪ੍ਰਕਾਰ ਦਾ ਭੈ ਵੀ ਮਿਟ ਜਾਣਾ ਕੀਤਾ। ਜਦੋਂ ਗਰੀਬ ਨਿਵਾਜ ਸਤਿਗੁਰੂ ਜੀ ਦਾ ਚਿੰਤਨ ਕੀਤਾ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੈ। ਜੋ ਮੈਂ ਓਟ ਗਈ ਪ੍ਰਭ ਤੇਰੀ। हे प्रभु, ऐ परमात्मा, ਜਦੋਂ ਮੈਂ ਆਪ ਜੀ ਦੀ ਓਟ ਗ੍ਰਹਿਣ ਕੀਤੀ ਹੈ, ਆਪ ਜੀ ਦਾ ਆਸਰਾ ਲਿਆ ਹੈ, ਤਾਂ ਪੂਰਨ ਹੋਈ ਮਨਸਾ ਮੇਰੀ। ਤਾਂ ਹੀ ਮਹਾਰਾਜ ਮੇਰੇ ਮਨ ਦੀ ਆਸਾ ਪੂਰੀ ਹੋਈ ਹੈ, ਤਾਂ ਹੀ ਮੇਰੇ ਮਨ ਦੀ ਭਾਵਨਾ, ਮੇਰੇ ਮਨ ਦੀ ਇੱਛਾ ਪੂਰੀ ਹੋਈ ਹੈ, ਜਦੋਂ ਆਪ ਜੀ ਦੇ ਚਰਨਾਂ ਦਾ ਆਸਰਾ ਲਿਆ ਹੈ। ਨਹੀਂ ਤਾਂ ਮਹਾਰਾਜ ਦਰ ਦਰ ਦੇ ਠੋਕਰਾਂ ਖਾਂਦੇ ਫਿਰਦੇ ਸਾਂ, ਕਦੇ ਕਿਸੇ ਦਾ ਆਸਰਾ ਤੱਕਦੇ, ਕਦੇ ਕਿਸੇ ਦਾ ਆਸਰਾ ਤੱਕਦੇ ਰਹਿੰਦੇ ਸਾਂ, ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦੇ, ਕਦੇ ਕਿਸੇ ਦਰ ਤੇ ਜਾ ਕੇ ਬਾਰ-ਬਾਰ ਨੱਕ ਰਗੜਦੇ ਰਹੇ। ਪਰ ਮਹਾਰਾਜ ਜਦੋਂ ਹੁਣ ਆਪ ਜੀ ਦੇ ਚਰਨਾਂ ਦਾ ਆਸਰਾ ਲਿਆ, ਤਾਂ ਮਨ ਦੀ ਹਰ ਇੱਕ ਆਸ ਮਹਾਰਾਜ ਪੂਰੀ ਹੋ ਗਈ ਹੈ।
ਕਿਉਂਕਿ ਜੋ ਗਰੀਬ ਨਵਾਜ ਸਤਿਗੁਰੂ ਜੀ ਜੀਵ ਦੀ ਝੋਲੀ ਵਿੱਚ ਦਾਤ ਪਾ ਦਿੰਦੇ ਆ ਨਾ, ਉਹ ਸੰਸਾਰ ਦੇ ਜਿੰਨੇ ਵੀ ਮਾਇਆ ਦੇ ਸੁੱਖ ਹਨ ਇਹਨਾਂ ਤੋਂ ਜੀਵ ਦਾ ਮਨ ਉਪਰਾਮ ਹੋ ਜਾਂਦਾ ਹੈ। ਮਨ ਕਰਕੇ ਕਦੇ ਵੀ ਜੀਵ ਨੂੰ ਝੂਰਨਾ ਨਹੀਂ ਪੈਂਦਾ। ਐਸੀ ਮਹਾਨ ਤੇ ਪਰਮ ਸਤਿਗੁਰੂ ਜੀ ਦੇ ਚਰਨਾਂ ਦੀ ਵਡਿਆਈ ਹੈ। ਹਜੂਰ ਕਹਿੰਦੇ ਹਨ, ਜਦੋਂ ਪ੍ਰਮਾਤਮਾ ਦੀ ਸ਼ਰਨ ਧਾਰਨ ਕੀਤੀ ਤਾਂ ਪੂਰਨ ਹੋਈ ਮਨਸਾ ਮੇਰੀ। ਮਨ ਦੀਆਂ ਸਭ ਆਸਾਵਾਂ ਵਾਹਿਗੁਰੂ ਨੇ ਪੂਰੀਆਂ ਕਰ ਦਿੱਤੀਆਂ ਹਨ। ਦੇਖ ਚਲਿਤ ਮਨ ਭਏ ਦਿਲਾਸਾ। ਮਨ ਬਾਰ-ਬਾਰ ਹਰ ਸਮੇਂ ਡਰਦਾ ਰਹਿੰਦਾ ਸੀ। ਮਨ ਹਰ ਸਮੇਂ ਝੂਰਦਾ ਰਹਿੰਦਾ ਸੀ, ਚਿੰਤਾ ਦੀ ਨਦੀ ਵਿੱਚ ਡੁੱਬਿਆ ਰਹਿੰਦਾ ਸੀ। ਪਰ ਜਦੋਂ ਪ੍ਰਮਾਤਮਾ ਦੇ ਕੌਤਕ ਦੇਖੇ ਹੈ ਕਿ ਉਹ ਐਸਾ ਪਰਮੇਸ਼ਰ ਹੈ, ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਉਹ ਪ੍ਰਮਾਤਮਾ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ, ਚਾਹੇ ਤਾਂ ਛਿਨ ਮਾਤਰ ਸਮੇਂ ਵਿੱਚ ਭਿਖਾਰੀਆਂ ਨੂੰ ਰਾਜਾ ਬਣਾ ਦੇਵੇ। ਐਸੀ ਹੈਰਾਨੀਜਨਕ ਪ੍ਰਮਾਤਮਾ ਦੀ ਲੀਲਾ ਹੈ। ਉਹ ਚਾਹੇ ਤਾਂ ਮੂਰਖਾਂ ਨੂੰ ਵਿਦਵਾਨ ਬਣਾ ਦੇਵੇ, ਵਿਦਵਾਨਾਂ ਨੂੰ ਮੂਰਖ ਬਣਾ ਦੇਵੇ। ਮਹਾਰਾਜ ਕਹਿੰਦੇ ਹੋ, ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ। ਐਸੀ ਹੈਰਾਨੀਜਨਕ ਲੀਲਾ ਹੈ। हे ਪ੍ਰਮਾਤਮਾ, ਜਿਨ੍ਹਾਂ ਨੂੰ ਦੇਖ ਕਰਕੇ ਸੰਸਾਰ ਦੇ ਜਿਹੜੇ ਉਤ ਜਾਤੀ ਦੇ ਲੋਕ ਥੁੱਕ ਕੇ ਦੁਰਕਾਰ ਕਰਕੇ ਚਲੇ ਜਾਂਦੇ, ਉਹਨਾਂ ਤੇ ਸੀਸ ਤੇ ਐਸਾ ਛਤਰ ਝੁਲਾ ਦਿੰਦਾ। ਰਹਿੰਦੀ ਦੁਨੀਆ ਤੱਕ ਮਹਾਰਾਜ ਉਹਨਾਂ ਦਾ ਜਸ ਰੂਪੀ ਛਤਰ ਝੁਲਦਾ ਰਹਿੰਦਾ। ਐਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਦੇਖੇ ਹੈ, ਦੇਖ ਚਲਿਤ ਮਨ ਭਏ ਦਿਲਾਸਾ। ਮਨ ਨੂੰ ਦਿਲਾਸਾ ਆ ਗਿਆ ਹੈ। ਮਨ ਨੂੰ ਜਿਹੜੀ ਤਰਵਾਸ ਪ੍ਰਾਪਤ ਹੋ ਗਈ ਹੈ। ਮਨ ਹਰ ਸਮੇਂ ਤੜਫਦਾ ਰਹਿੰਦਾ ਸੀ। ਮਨ ਹਰ ਸਮੇਂ ਰਿੱਝਦਾ ਰਹਿੰਦਾ ਸੀ। ਮਨ ਹਰ ਸਮੇਂ ਸੋਗ ਦੀ ਨਦੀ ਦੇ ਵਿੱਚ, ਚਿੰਤਾ ਦੀ ਨਦੀ ਵਿੱਚ, ਹਰ ਸਮੇਂ ਗਮ ਦੇ ਵਿੱਚ ਹੀ ਗਮਗੀਨ ਹੋ ਕਰਕੇ ਦੁਖੀ ਰਹਿੰਦਾ ਸੀ। ਨਾਨਕ ਦਾਸ ਤੇਰਾ ਪਰਵਾਸਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, हे ਪ੍ਰਮਾਤਮਾ, ਆਪ ਜੀ ਦੇ ਦਾਸਾਂ ਨੂੰ ਆਪ ਜੀ ਦੇ ਚਰਨਾਂ ਦਾ ਭਰੋਸਾ ਹੈ। ਮਹਾਰਾਜ ਆਪ ਜੀ ਦੇ ਚਰਨਾਂ ਦਾ ਸਾਨੂੰ ਆਸਰਾ ਹੈ। ਮਨ ਬਾਣੀ ਸਰੀਰ ਕਰਕੇ ਤੁਹਾਡੇ ਚਰਨਾਂ ਦਾ ਆਸਰਾ ਹੈ, ਕਿਉਂਕਿ ਆਪ ਜੀ ਦੇ ਹੈਰਾਨੀਜਨਕ ਲੀਲਾ ਦੇਖ ਕਰਕੇ ਸਾਡਾ ਮਨ ਆਪ ਦੇ ਚਰਨਾਂ ਦੇ ਨਾਲ ਜੁੜ ਗਿਆ ਹੈ। ਇਹ ਸਾਧ ਸੰਗਤ ਜੀ, ਮਹਾਨ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਵਡਿਆਈ ਹੈ। ਕਿਉਂਕਿ ਮਨ ਨੂੰ ਉਦੋਂ ਤੱਕ ਪ੍ਰਤੀਤ ਨਹੀਂ ਹੁੰਦਾ, ਭਰੋਸਾ ਨਹੀਂ ਆਉਂਦਾ, ਜਦੋਂ ਤੱਕ ਸਾਹਮਣੇ ਉਹ ਦੇਖ ਨਹੀਂ ਲੈਂਦਾ। ਇਹ ਸੁਭਾਵਿਕ ਹੈ। ਜੋ ਕੁਝ ਮਨ ਦੇਖਦਾ ਹੈ ਜਾਂ ਜੋ ਕੁਝ ਮਨੁੱਖ ਇਹਨਾਂ ਅੱਖਾਂ ਦੇ ਨਾਲ ਦੇਖ ਲੈਂਦਾ, ਉਸੇ ਨੂੰ ਸੱਚ ਮੰਨਦਾ। ਜੋ ਦਿਸਦਾ ਨਹੀਂ ਉਹਦੇ 'ਤੇ ਸ਼ੱਕ ਕਰਦਾ। ਤੇ ਪ੍ਰਮਾਤਮਾ ਦੀ ਹੈਰਾਨੀਜਨਕ ਲੀਲਾ, ਜਦੋਂ ਪ੍ਰਮਾਤਮਾ ਵਾਹਿਗੁਰੂ ਦੇ ਗੁਣ, ਪਰਮੇਸ਼ਰ ਦੇ ਕੌਤਕ ਦਿਸਣ ਲੱਗ ਪੈਂਦੇ ਆ, ਰੱਬ ਦੇ ਉਪਕਾਰ ਜਦੋਂ ਜੀਵ ਨੂੰ ਯਾਦ ਆਉਣ ਲੱਗ ਪੈਂਦੇ ਆ, ਫਿਰ ਪ੍ਰਮਾਤਮਾ 'ਤੇ ਭਰੋਸਾ ਬਣਦਾ। ਫਿਰ ਵਾਹਿਗੁਰੂ 'ਤੇ ਅਡੋਲ ਭਰੋਸਾ ਬਣਾ ਲੈਂਦਾ। ਫਿਰ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਤੱਕਦਾ ਹੈ। ਨਹੀਂ ਤੇ ਦਰ-ਦਰ 'ਤੇ ਉਹਨਾਂ ਸਮਾਂ ਠੋਕਰਾਂ ਖਾਂਦਾ ਰਹਿੰਦਾ। ਬਾਰ-ਬਾਰ ਸੰਸਾਰ ਦੀ ਭਟਕਣਾ ਵਿੱਚ ਹੀ ਉਹਨਾਂ ਸਮਾਂ ਪਿਆ ਰਹਿੰਦਾ ਹੈ, ਜਦੋਂ ਤੱਕ ਹਿਰਦੇ ਅੰਦਰ ਭਰੋਸਾ ਨਹੀਂ ਵੱਜਦਾ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਦੇਖ ਚਲਿਤ ਮਨ ਭਏ ਦਿਲਾਸਾ। ਨਾਨਕ ਦਾਸ ਤੇਰਾ ਪਰਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।